ਸਤਿ ਸ਼੍ਰੀ ਅਕਾਲ ਦੋਸਤੋ, मैं हाँ ਤੁਹਾਡੀ ਆਪਣੀ ਹਰਪ੍ਰੀਤ ਕੌਰ ਤੇ ਜੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਦੇ ਨਾਲ ਹੀ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਮਮਤਾ ਸ਼ਰਮਾ ਜੀ ਹਾਜ਼ਰ ਨੇ। ਸਤਿ ਸ਼੍ਰੀ ਅਕਾਲ ਮਮਤਾ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਹਰਪ੍ਰੀਤ। ਸਤਿ ਸ਼੍ਰੀ ਅਕਾਲ ਦੇ ਨਾਲ ਹੀ ਮੈਂ ਆਪਣੇ ਦੇਖਣ ਸੁਣਨ ਵਾਲਿਆਂ ਨਾਲ ਮਤਲਬ ਰੂਬਰੂ ਹੁੰਦਿਆਂ ਇਹ ਗੱਲ ਕਰਨਾ ਚਾਹਾਂਗੀ ਕਿ ਜਿੱਦਾਂ ਸਾਡੇ ਦੇਖਣ ਸੁਣਨ ਵਾਲਿਆਂ ਨੂੰ ਪਤਾ ਹੈ ਕਿ ਅਸੀਂ ਪਿਛਲੇ 2 ਦਿਨ ਤੋਂ ਜਿਹੜਾ ਹੈਗਾ ਯੂਕਰੇਨ ਤੇ ਰਸ਼ੀਆ ਦੇ ਜਿਹੜੇ ਹੈਗੇ ਹੈ ਯੁੱਧ ਦੇ ਬਾਰੇ ਚ ਜਿੰਨੀ ਕਿ ਸਾਡੇ ਕੋਲ ਇਨਫੋਰਮੇਸ਼ਨ ਹੋ ਸਕਦੀ ਹੈ ਆਪਣੇ ਅਸੀਂ ਟੀਵੀ ਮਾਧਿਅਮ ਰਾਹੀਂ ਜਿਹੜਾ ਹੈਗਾ ਆਪਣੇ ਦੇਖਣ ਸੁਣਨ ਵਾਲਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਅੱਜ ਬੈਠੇ ਮਨ ਚ ਵਿਚਾਰ ਇਹ ਆਇਆ ਕਿ ਮਤਲਬ ਬਹੁਤ ਲੋਕਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਰਸ਼ੀਆ ਤੇ ਯੂਕਰੇਨ ਦਾ ਯੁੱਧ ਜਿਹੜਾ ਹੈਗਾ ਵੀ ਰਸ਼ੀਆ ਨੇ ਰੂਸ ਨੇ ਜਿਹੜਾ ਹੈਗਾ ਰੂਸ ਨੇ ਯੂਕਰੇਨ ਤੇ ਹਮਲਾ ਕਿਉਂ ਕੀਤਾ। ਤਾਂ ਮੈਂ ਇਹਦੇ ਬਾਰੇ ਥੋੜਾ ਪ੍ਰੀਤ ਚਾਨਣਾ ਪਾਣਾ ਚਾਹਾਂਗੀ ਕਿ ਜਦੋਂ ਜਿਹੜਾ ਯੂਕਰੇਨ ਹੈ ਨਾ, ਯੂਕਰੇਨ ਇੱਕ ਬਹੁਤ ਛੋਟੀ ਜਿਹੀ ਕੰਟਰੀ ਹੈ ਜੀ ਤੇ ਯੂਕਰੇਨ ਨੇ ਨਾ 2008 ਵਿੱਚ ਨਾਟੋ ਦੇਸ਼ਾਂ ਦਾ ਹਿੱਸਾ ਬਣਨ ਦਾ ਡਿਸੀਜਨ ਲਿਆ ਸੀਗਾ ਜੀ। ਤੇ ਨਾਟੋ ਦੇਸ਼ ਜਿਹੜੇ ਹੈਗੇ ਆ ਨਾ ਉਹ ਅਮਰੀਕਾ, ਕੈਨੇਡਾ, ਬ੍ਰਿਟੇਨ ਤੇ ਫਰਾਂਸ ਵਰਗੇ 30 ਦੇਸ਼ਾਂ ਦਾ ਇੱਕ ਮਿਲਟਰੀ ਗਰੁੱਪ ਹੈ। ਠੀਕ ਹੈ, ਜੇ ਯੂਕਰੇਨ ਇਹਦੇ ਵਿੱਚ ਐਡ ਹੋ ਜਾਂਦਾ ਹੈ ਤਾਂ ਯੂਕਰੇਨ ਇੱਕ ਬਹੁਤ ਸ਼ਕਤੀਸ਼ਾਲੀ ਦੇਸ਼ ਜਿਹੜਾ ਹੈਗਾ ਉਹ ਬਣ ਸਕਦਾ ਸੀਗਾ। ਤੇ ਰੂਸ ਇਸ ਚੀਜ਼ ਦਾ ਬਹੁਤ ਦੇਰ ਤੋਂ ਜਿਹੜਾ ਹੈਗਾ ਵਿਦਰੋਹ ਕਰ ਰਿਹਾ ਸੀਗਾ ਕਿ ਯੂਕਰੇਨ ਜਿਹੜਾ ਹੈਗਾ ਨਾਟੋ ਗਰੁੱਪ ਦਾ ਮੈਂਬਰ ਨਾ ਬਣੇ। ਯੂਕਰੇਨ ਨੇ 2008 ਵਿੱਚ ਐਫਰਟ ਕੀਤੇ ਪਰ ਰੂਸ ਦੇ ਮਤਲਬ ਵਿਦਰੋਹ ਕਰਨ ਤੇ ਜਾਂ ਰੂਸ ਦੇ ਪ੍ਰੈਸ਼ਰ ਬਣਾਉਣ ਤੇ ਯੂਕਰੇਨ ਇਹਨਾਂ ਨਾਟੋ ਦੇਸ਼ਾਂ ਦਾ ਜਿਹੜਾ ਮੈਂਬਰ ਬਣਨ ਤੋਂ ਪਿੱਛੇ ਹਟ ਗਿਆ। ਔਰ ਉਸ ਤੋਂ ਬਾਅਦ ਹੁਣ ਫਿਰ ਯੂਕਰੇਨ ਨੇ ਜਿਹੜਾ ਹੈਗਾ 2021 ਦੇ ਅੰਤ ਵਿੱਚ ਨਾਟੋ ਦੇਸ਼ਾਂ ਨਾਲ ਜਿਹੜਾ ਹੈਗਾ ਦੁਬਾਰਾ ਤੋਂ ਕੋਲੈਬ ਹੋਣ ਦੀ ਕੋਸ਼ਿਸ਼ ਕੀਤੀ ਵੀ ਆਪਣੇ ਆਪ ਨੂੰ ਸਟਰੋਂਗ ਬਣਾਇਆ ਜਾਵੇ। ਪਰ ਜਿਹੜਾ ਇਹ ਚੀਜ਼ ਹੈਗੀ ਹੈ ਇਹ ਰੂਸ ਨੂੰ ਮਨਜ਼ੂਰ ਨਹੀਂ ਸੀਗੀ ਵੀ ਜਿਹੜਾ ਉਹਦਾ ਪੜੋਸੀ ਦੇਸ਼ ਹੈਗਾ ਉਹ ਨਾਟੋ ਦੇਸ਼ਾਂ ਦੇ ਗਰੁੱਪ ਵਿੱਚ ਐਡ ਹੋ ਜਾਵੇ, ਕਿਉਂਕਿ ਆਲਰੇਡੀ ਜਿਹੜੇ ਹੈਗੇ ਹੈ ਇਹਦੇ ਰੂਸ ਦੇ ਦੇਸ਼ ਜਿਹੜੇ ਹੈਗੇ ਐਸਟੋਨੀਆ, ਲਾਟਵੀਆ ਜਿਹੜੇ ਦੇਸ਼ ਹੈਗੇ ਹੈ ਜੋ ਸੋਵੀਅਤ ਸੰਘ ਦਾ ਹਿੱਸਾ ਹੁੰਦੇ ਸੀਗੇ ਉਹ ਦੇਸ਼ ਪਹਿਲਾਂ ਹੀ ਜਿਹੜੇ ਹੈਗੇ ਹੈ ਨਾਟੋ ਦਾ ਮਿੱਤਰ ਬਣ ਚੁੱਕੇ ਹੈ। ਤਾਂ ਹੁਣ ਰਹਿ ਗਿਆ ਸੀ ਯੂਕਰੇਨ। ਜੇ ਰੂਸ ਨੂੰ ਇਹ ਡਰ ਪੈ ਗਿਆ ਕਿ ਜੇ ਯੂਕਰੇਨ ਵੀ ਨਾਟੋ ਦੇਸ਼ਾਂ ਦਾ ਹਿੱਸਾ ਬਣ ਜਾਂਦਾ ਹੈਗਾ ਤਾਂ ਰੂਸ ਜਿਹੜਾ ਹੈਗਾ ਸਾਰੇ ਪਾਸੋਂ ਆਪਣੇ ਦੁਸ਼ਮਣ ਦੇਸ਼ਾਂ ਦੇ ਨਾਲ ਘਿਰ ਜਾਊਗਾ ਔਰ ਇਹਦੇ ਨਾਲ ਜਿਹੜਾ ਹੈਗਾ ਅਮਰੀਕਾ ਉਹਦੇ ਤੇ ਹਾਵੀ ਹੋ ਜਾਊਗਾ। ਤਾਂ ਇਹਨਾਂ ਚੀਜ਼ਾਂ ਤੋਂ ਜਿਹੜਾ ਬਚਣ ਵਾਸਤੇ ਮਤਲਬ ਰੂਸ ਨੇ ਦੇਖੋ ਕਿੰਨੀ ਮਾੜੀ ਗੱਲ ਕੀਤੀ ਹੈਗੀ। ਚਲੋ ਠੀਕ ਹੈ, ਤੁਸੀਂ ਯੂਕਰੇਨ ਤੇ ਬਾਰ-ਬਾਰ ਪ੍ਰੈਸ਼ਰ ਪਾ ਰਹੇ ਸੀਗੇ ਕਿ ਯੂਕਰੇਨ ਨਾਟੋ ਦੇਸ਼ਾਂ ਨਾਲ ਰਲ ਕੇ ਸਟਰੋਂਗ ਨਾ ਹੋਵੇ। ਤਾਂ ਇਹ ਜਿਹੜੀ ਚੀਜ਼ ਹੈਗੀ ਹੈ ਤੁਸੀਂ ਜਦੋਂ ਇੰਨੀ ਦੇਰ ਇਹਨੂੰ ਹੋਲਡ ਕਰ ਰਹੇ ਹੈਗੇ ਸੀਗੇ ਤੁਸੀਂ ਜੇ ਆਪਣੇ ਸੰਬੰਧ ਯੂਕਰੇਨ ਨਾਲ ਵਧੀਆ ਬਣਾ ਲੈਂਦੇ ਤਾਂ ਯੂਕਰੇਨ ਨੂੰ ਬਾਰ-ਬਾਰ ਨਾਟੋ ਦੇਸ਼ਾਂ ਵਿੱਚ ਜਿਹੜਾ ਹੈਗਾ ਸ਼ਾਮਲ ਹੋਣ ਦੀ ਲੋੜ ਕਿਉਂ ਪੈਂਦੀ ਜਾਂ ਉਹ ਬਾਰ-ਬਾਰ ਐਫਰਟ ਕਿਉਂ ਕਰਦਾ ਨਾਟੋ ਦੇਸ਼ਾਂ 'ਚ ਐਂਟਰ ਹੋਣ ਵਾਸਤੇ। ਤੇ ਰੂਸ ਨੇ ਇਸੇ ਇੱਕ ਗੱਲ ਨੂੰ ਦੇਖੋ ਰੋਕਣ ਵਾਸਤੇ ਕਿੰਨਾ ਕੁ ਵੱਡਾ ਜਿਹੜਾ ਹੈਗਾ ਹਮਲਾ ਬੋਲ ਦਿੱਤਾ, ਕਿੰਨੇ ਕੁ ਉਹਨੇ ਅਤਿਆਚਾਰ ਕੀਤੇ ਹੈਗੇ ਔਰ ਉਸ ਹਮਲੇ ਦਾ ਜਿਹੜਾ ਮਤਲਬ ਅਸਰ ਹੈਗਾ ਦੇਖੋ ਇੱਕ ਛੋਟੀ ਜਿਹੀ ਗੱਲ ਪਿੱਛੇ ਆਮ ਜਨਤਾ ਜਿਹੜੀ ਹੈਗੀ ਹੈ ਉਹ ਕਿੰਨੀ ਕੁ ਮਤਲਬ ਦੁਖਦਾਈ ਉਹਦੇ ਵਿੱਚ ਮਾਹੌਲ ਵਿੱਚ ਆ ਚੁੱਕੀ ਹੈਗੀ। ਲੋਕਾਂ ਦੇ ਘਰਾਂ 'ਚ ਜਿਹੜੇ ਹੈਗੇ ਹਮਲੇ ਹੋ ਚੁੱਕੇ ਹੈਗੇ, ਕੀਵ ਤੇ ਇੰਨੇ ਲਗਾਤਾਰ ਹਮਲੇ ਕੀਤੇ ਜਾ ਰਹੇ ਹੈਗੇ ਹੈ। ਉੱਥੇ ਦੇ ਬਾਸ਼ਿੰਦਿਆਂ ਨੂੰ ਜਿਹੜਾ ਹੈਗਾ ਹੁਣ ਅੰਨ ਜਲ ਵੀ ਮਿਲਣਾ ਜਿਹੜਾ ਹੈਗਾ ਉਹ ਬੰਦ ਹੋ ਗਿਆ। ਹੁਣ ਜਿਹੜੇ ਇੰਟਰਨੈਟ ਵੀ ਬੰਦ ਹੋ ਚੁੱਕਿਆ, ਜਿੱਦਾਂ ਕਿ ਉੱਧਰ ਦੇ ਲੋਕੀ ਭਾਰਤੀ ਲੋਕੀ ਆਪਣੇ ਘਰਦਿਆਂ ਨਾਲ ਗੱਲਾਂ ਬਾਤਾਂ ਕਰਦੇ ਸੀ, ਆਪਣੇ ਮਾਪਿਓ ਨੂੰ ਹਰ ਇੱਕ ਗੱਲ ਦੱਸਦੇ ਸੀ, ਉੱਧਰ ਦੀ ਹਰ ਇੱਕ ਖਬਰ ਦੇ ਰਹੇ ਸੀ। ਤੇ ਹੁਣ ਉੱਥੇ ਬੰਬਮਾਰੀ ਕਰਕੇ ਜਿਹੜੇ ਇੰਟਰਨੈਟ ਨੇ ਉਹ ਵੀ ਬੰਦ ਹੋ ਚੁੱਕੇ ਨੇ ਤੇ ਬੱਚਿਆਂ ਦੇ ਜਿੰਨੇ ਵੀ ਲੋਕੀ ਰਹਿ ਰਹੇ ਨੇ ਸਾਰਿਆਂ ਦੇ ਫੋਨ ਉੱਥੇ ਬੰਦ ਹੋ ਚੁੱਕੇ ਨੇ। ਉਹੀ ਕਿਉਂਕਿ ਦੇਖੋ ਜਦੋਂ ਬੱਚੇ ਐਟਲੀਸਟ ਪੇਰੈਂਟਸ ਨਾਲ ਇੰਟਰਨੈਟ ਰਾਹੀਂ ਰਾਬਤਾ ਕਾਇਮ ਕਰ ਰਹੇ ਸੀਗੇ, ਸਾਰੀਆਂ ਖਬਰਾਂ ਮਿਲ ਰਹੀਆਂ ਸੀ ਤਾਂ ਐਟਲੀਸਟ ਪੇਰੈਂਟਸ ਨੂੰ ਇਸ ਚੀਜ਼ ਦਾ ਤਾਂ ਮਤਲਬ ਚੈਨ ਸੀਗਾ ਨਾ, ਇਸ ਚੀਜ਼ ਦਾ ਤਾਂ ਸੁੱਖ ਸੀਗਾ ਕਿ ਸਾਡੇ ਬੱਚੇ ਜਿਹੜੇ ਹੈਗੇ ਆ ਸਾਡੇ ਨਾਲ ਗੱਲਬਾਤ ਕਰ ਰਹੇ ਆ, ਸਾਡੇ ਬੱਚੇ ਸੁੱਖ ਸਾਂਦ ਨਾਲ ਉੱਥੇ ਹੈਗੇ ਆ, ਵੀ ਕੋਈ ਪਰੇਸ਼ਾਨੀ ਦੀ ਗੱਲ ਨਹੀਂ ਹੈਗੀ। ਪਰ ਜਦੋਂ ਹੁਣ ਬੱਚਿਆਂ ਨਾਲ ਗੱਲਬਾਤ ਹੋਣੀ ਬੰਦ ਹੋ ਜਾਊਗੀ ਤਾਂ ਤੁਸੀਂ ਦੇਖੋ ਪੇਰੈਂਟਸ ਦੇ ਕੀ ਹਾਲ ਹੋਣਗੇ, ਕਿਉਂਕਿ ਜਦੋਂ ਬੱਚਾ ਸਾਡੀਆਂ ਅੱਖਾਂ ਅੱਗੋਂ 5 ਮਿੰਟ ਵੀ ਓਝਲ ਹੁੰਦਾ ਹੈਗਾ, ਸਾਡੇ ਬੱਚੇ ਨਾਲ ਫੋਨ ਤੇ ਰਾਬਤਾ ਨਹੀਂ ਕਾਇਮ ਹੋ ਪਾਉਂਦਾ ਤਾਂ ਸਾਡੇ ਮਨ ਵਿੱਚ ਤਰ੍ਹਾਂ ਦੇ ਵਿਚਾਰ ਆਉਂਦੇ ਹੈਗੇ ਕਿ ਮਤਲਬ ਸਾਡਾ ਬੱਚਾ ਕਿੱਥੇ ਗਿਆ, ਵੀ ਉਹਦਾ ਕੋਈ ਐਕਸੀਡੈਂਟ ਤਾਂ ਨਹੀਂ ਹੋ ਗਿਆ, ਉਹਨੂੰ ਕੋਈ ਪਰੇਸ਼ਾਨੀ ਨਹੀਂ ਹੋ ਗਈ। ਔਰ ਇਹ ਦੇਖੋ 7 ਸਮੁੰਦਰੋਂ ਪਾਰ ਬੱਚੇ ਬੈਠੇ ਹੋਏ ਔਰ ਉਹ ਵੀ ਬੰਬਬਾਰੀ ਦੇ ਵਿੱਚ।
ਤਾਂ ਔਰ ਉੱਪਰੋਂ ਇਹਨਾਂ ਬੱਚਿਆਂ ਦੀ ਕੋਈ ਪੇਰੈਂਟਸ ਨੂੰ ਖੋਜ ਖਬਰ ਨਹੀਂ ਮਿਲ ਰਹੀ ਹੈਗੀ, ਬੱਚਿਆਂ ਦੇ ਹਾਲਾਤ ਮਾੜੇ ਹੋ ਚੁੱਕੇ ਹੈਗੇ, ਬੱਚੇ ਭੁੱਖੇ ਪਿਆਸੇ ਮਤਲਬ ਕਹਿ ਲਓ ਕਿ ਉੱਥੇ ਲੁਕੇ ਹੋਏ ਹੈਗੇ, ਕੋਈ ਉਹਨਾਂ ਨੂੰ ਸੁਵਿਧਾ ਨਹੀਂ ਹੈਗੀ, ਕੋਈ ਮਤਲਬ ਉਹਨਾਂ ਨੂੰ ਸੁੱਖ ਚੈਨ ਨਹੀਂ ਹੈਗਾ, ਔਰ ਪੇਰੈਂਟਸ ਇੱਥੇ ਆਪਣੇ ਘਰਾਂ ਵਿੱਚ ਬੈਠੇ ਰੱਬ ਅੱਗੇ ਅਰਦਾਸਾਂ ਕਰ ਰਹੇ ਹੈਗੇ ਆ ਕਿ ਸਾਡੇ ਬੱਚੇ ਸ਼ਾਂਤੀ ਪੂਰਵਕ ਜਿਹੜਾ ਹੈਗਾ ਇਹੋ ਜਿਹੇ ਮਾਹੌਲ ਵਿੱਚੋਂ ਬਚ ਕੇ ਬਾਹਰ ਆ ਜਾਣ। ਹਾਲਾਂਕਿ ਭਾਰਤ ਸਰਕਾਰ ਜਿਹੜੀ ਹੈਗੀ ਹੈ ਉਹਨੇ ਐਫਰਟ ਕੀਤੇ, ਕਿਉਂਕਿ ਸਾਡੇ ਕੋਲ ਜਿਹੜੇ ਲੇਟੈਸਟ ਅਪਡੇਟਸ ਆ ਰਹੇ ਆ ਉਹਦੇ ਅਕੋਰਡਿੰਗ ਜਿਹੜੇ ਸਾਡੇ ਮਤਲਬ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਜੀ ਹੈਗੇ, ਉਹਨਾਂ ਨੇ ਰੂਸ ਦੇ ਰਾਸ਼ਟਰਪਤੀ ਰੂਸ ਦੇ ਪੁਤਿਨ ਜੀ ਨਾਲ ਜਿਹੜਾ ਹੈਗਾ ਵਾ 20 ਮਿੰਟ ਲਗਾਤਾਰ ਗੱਲ ਕੀਤੀ, ਔਰ ਉਹਦੇ ਵਿੱਚ ਉਹਨਾਂ ਨੇ ਪੁਤਿਨ ਜੀ ਨੂੰ ਬਾਰ-ਬਾਰ ਇਹੀ ਸਮਝਾਇਆ ਕਿ ਮਸਲੇ ਜਿਹੜੇ ਹੈਗੇ ਆ ਸ਼ਾਂਤੀਪੂਰਵਕ ਹੱਲ ਕੀਤੇ ਜਾਣ। ਤੇ ਸੂਚਨਾ ਇਹ ਵੀ ਆਈ ਹੈਗੀ ਹੈ ਕਿ ਮਤਲਬ ਯੂਕਰੇਨ ਜਿਹੜਾ ਹੈਗਾ ਬਾਰ-ਬਾਰ ਭਾਰਤ ਨੂੰ ਇਨਸਿਸਟ ਕਰ ਰਿਹਾ ਹੈਗਾ ਕਿ ਇਸ ਹਮਲੇ ਨੂੰ ਸਿਰਫ ਭਾਰਤ ਰੋਕ ਸਕਦਾ ਹੈਗਾ, ਕਿਉਂਕਿ ਭਾਰਤ ਦੇ ਰੂਸ ਨਾਲ ਬਹੁਤ ਵਧੀਆ ਸੰਬੰਧ ਨੇ। ਪਰ ਉਹਦੇ ਨਾਲ ਆਪਾਂ ਨੂੰ ਇਹ ਵੀ ਸੂਚਨਾ ਮਿਲ ਰਹੀ ਹੈਗੀ ਹੈ ਕਿ ਯੂਕਰੇਨ ਜਿਹੜਾ ਹੈਗਾ ਉਹ ਪਾਕਿਸਤਾਨ ਨਾਲ ਬਹੁਤ ਵਧੀਆ ਸੰਬੰਧ ਰੱਖਦਾ ਹੈਗਾ, ਕਿਉਂਕਿ ਯੂਕਰੇਨ ਨੇ ਕਹਿ ਲਓ ਵੀ ਪਾਕਿਸਤਾਨ ਨੂੰ ਭਾਰਤ ਦੇ ਅਗੇਂਸਟ ਮਤਲਬ ਹਥਿਆਰ ਸਪਲਾਈ ਕੀਤੇ, ਤੇ ਉਹਨਾਂ ਹਥਿਆਰਾਂ ਤੋਂ ਖੁਦ ਨੂੰ ਸੇਫ ਰੱਖਣ ਵਾਸਤੇ ਭਾਰਤ ਨੂੰ ਜਿਹੜਾ ਹੈਗਾ ਰੂਸ ਤੋਂ ਹੋਰ ਉਸ ਤੋਂ ਸਟਰੋਂਗ ਜਿਹੜੇ ਹੈਗੇ ਆ ਹਥਿਆਰ ਬਾਏ ਕਰਨੇ ਪਏ। ਤੇ ਜਿਹੜੀਆਂ ਗੱਲਾਂ ਆਉਂਦੀਆਂ ਪਈਆਂ ਉਹਨਾਂ ਗੱਲਾਂ ਦੇ ਅਕੋਰਡਿੰਗ ਆਪਣੇ ਮੋਦੀ ਸਾਹਿਬ ਤਾਂ ਹੀ ਯੂਕਰੇਨ ਵੱਲ ਜ਼ਿਆਦਾ ਐਫਰਟ ਨਹੀਂ ਕਰ ਰਹੇ ਹੈਗੇ, ਕਿਉਂਕਿ ਉਹਨਾਂ ਨੂੰ ਵੀ ਡਰ ਹੈ, ਕਿਉਂਕਿ ਯੂਕਰੇਨ ਨੇ ਜਿਹੜਾ ਹੈਗਾ ਦੇਖੋ ਭਾਵੇਂ ਡਾਇਰੈਕਟ ਜਾਂ ਇਨਡਾਇਰੈਕਟ ਵੇ ਵਿੱਚ ਪਾਕਿਸਤਾਨ ਦੀ ਇੰਡੀਆ ਦੇ ਖਿਲਾਫ ਮਦਦ ਕੀਤੀ। ਯੂਕਰੇਨ ਔਰ ਪਾਕਿਸਤਾਨ ਬਹੁਤ ਵਧੀਆ ਮਿੱਤਰ ਨੇ, ਤੇ ਜੇ ਮਤਲਬ ਯੂਕਰੇਨ ਭਾਰਤ ਦੇ ਵਿਰੋਧੀ ਦੇਸ਼ ਦਾ ਮਿੱਤਰ ਹੈਗਾ ਤਾਂ ਉਹ ਕਿਤੇ ਨਾ ਕਿਤੇ ਫਿਰ ਪ੍ਰਧਾਨ ਮੰਤਰੀ ਨੂੰ ਇਹ ਚੀਜ਼ ਆ ਜਾਂਦੀ ਹੈਗੀ ਹੈ ਨਾ ਕਿ ਹਾਂ ਵੀ ਇਹ ਤਾਂ ਸਾਡੇ ਵਿਰੋਧੀ ਦੇਸ਼ ਦਾ ਮਿੱਤਰ ਹੈਗਾ, ਵੀ ਅਸੀਂ ਇਹਨੂੰ ਇੰਨੀ ਕਿੰਨੀ ਹਾਂ ਇਹ ਹੈ ਕਿ ਪ੍ਰਧਾਨ ਮੰਤਰੀ ਉਹ ਇਸ ਚੀਜ਼ ਨੂੰ ਲੈ ਕੇ ਜ਼ਰੂਰ ਸਪੋਰਟ ਕਰਨਗੇ, ਕਿਉਂਕਿ ਸਾਡੇ ਇੰਡੀਅਨ ਬੱਚੇ ਜਿਹੜੇ ਹੈਗੇ ਆ ਉਹ ਉੱਥੇ ਫਸੇ ਹੋਏ, ਸਾਡੀ ਭਾਰਤ ਦੀ ਜਨਤਾ ਉੱਥੇ ਫਸੀ ਹੋਈ ਹੈ, ਤਾਂ ਜਿਹੜਾ ਹੈਗਾ ਐਫਰਟ ਕੀਤੇ ਜਾ ਰਹੇ ਆ। ਅਦਰਵਾਈਜ਼ ਜੇ ਆਪਾਂ ਕੱਲਾ ਯੂਕਰੇਨ ਦਾ ਮਾਮਲਾ ਦੇਖੀਏ ਤਾਂ ਯੂਕਰੇਨ ਦੇ ਮਾਮਲੇ ਵਿੱਚ ਯੂਕਰੇਨ ਨੇ ਕਿਉਂਕਿ ਪਾਕਿਸਤਾਨ ਨਾਲ ਸਮਝੌਤੇ ਕੀਤੇ ਹੋਏ, ਪਾਕਿਸਤਾਨ ਨਾਲ ਯਾਰੀ ਦੋਸਤੀ ਨਿਭਾ ਰਿਹਾ, ਤੇ ਜੇ ਆਪਣਾ ਕੋਈ ਭਾਰਤੀ ਉੱਥੇ ਨਾ ਹੁੰਦਾ ਤਾਂ ਸ਼ਾਇਦ ਆਪਣੇ ਪ੍ਰਧਾਨ ਮੰਤਰੀ ਯੂਕਰੇਨ ਦੀ ਗੱਲ ਸੁਣ ਕੇ ਰੂਸ ਦੇ ਪੁਤਿਨ ਜੀ ਨਾਲ ਗੱਲ ਨਾ ਕਰਦੇ, ਕਿਉਂਕਿ ਜੇ ਯੂਕਰੇਨ ਸਾਡੇ ਫੇਵਰ 'ਚ ਨਹੀਂ ਹੈਗਾ ਤਾਂ ਬੰਦਾ ਕਈ ਵਾਰ ਕਹਿੰਦਾ ਨਾ ਕਿ ਅਸੀਂ ਵੀ ਇਹਦੇ ਫੇਵਰ 'ਚ ਕਿਉਂ ਖੜੇ ਹੋਈਏ। ਹਾਂਜੀ ਪ੍ਰੀਤ ਜੀ, ਬਿਲਕੁਲ, ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਵੀ ਯੂਕਰੇਨ ਦੇ ਰਾਸ਼ਟਰਪਤੀ ਨੂੰ ਆਫਰ ਵੀ ਦਿੱਤੀ ਹੈ ਕਿ ਤੁਸੀਂ ਯੂਕਰੇਨ ਨੂੰ ਛੱਡ ਕੇ ਚਲੇ ਜਾਓ, ਬਟ ਯੂਕਰੇਨ ਦੇ ਰਾਸ਼ਟਰਪਤੀ ਨੇ ਇਸ ਆਫਰ ਨੂੰ ਠੁਕਰਾ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਹੈ कि मैनू ये ऑफर बिल्कुल भी पसंद नहीं है, मुझे हथियार चाहिए, मुझे सवारी नहीं चाहिए। उन्होंने इस ऑफर नूं भी ठुकरा दिता गया है। हाँ जी, देखो पता की है हुण गल उही आ जांदी कि हुण गल एक दूजे दी अपने आप नूं मतलब स्टैंड रखण दी गल आ गई कि जे यूक्रेन जिहड़ा हैगा हाथ खड़े करदा हैगा तां यूक्रेन दी रेपुटेशन जिहड़ी हैगी है वो वर्ल्ड सामने बिल्कुल खत्म हो जाएगी। और उधरों रूस दा भी सेम उही हैगा भी रूस तां बिल्कुल ही मतलब कह लो कि हाथ खड़े करन नूं तैयार नहीं हैगा। रूस तां कहंदा कि मैं यूक्रेन ते जिहड़ा हैगा काबू करना हैगा। और जे अमरीका यूक्रेन नूं सलाह दे रहा है कि राष्ट्रपति नूं कि असीं तुहानूं इत्थों कढ लैंदे हैगे आ, तां यूक्रेन दा राष्ट्रपति कह रहा है कि मैं यूक्रेन दा निवासी हाँ, मेरा परिवार यूक्रेन दा निवासी है, ਅਸੀਂ यूक्रेन ਦੇ बशिंदे हाँ, ਅਸੀਂ यूक्रेन नूं छड्ड के किते भी जिहड़ा हैगा नहीं जावांगे। ਅਸੀਂ ਇੱਥੇ आम जनता ਦੇ ਨਾਲ ਜਿਹੜਾ ਹੈਗਾ बराबर मोढे नाल मोढा ला के खड़े आ ताकि साडी जनता नूं ਇਹ ना महसूस होवे कि साडा राष्ट्रपति सानूं धोखा दे के चले गया। और ਇਹਦੇ एवज विच ਉਹ अमरीका तो ਹੈਲੀਕਾਪਟਰਾਂ ਦੀ ਮਦਦ ਮੰਗਣ ਦੀ ਬਜਾਏ ਜਿਹੜਾ ਹੈਗਾ ਉੱਥੋਂ ਹਥਿਆਰ ਮੰਗ ਰਿਹਾ, ਜਦਕਿ ਸੂਚਨਾਵਾਂ ਇਹ ਵੀ ਆਈਆਂ ਨੇ ਕਿ ਅਮਰੀਕਾ ਦੇ ਜਿਹੜੇ ਹਵਾਈ ਜਹਾਜ਼ ਹੈਗੇ ਉਹ ਯੂਕਰੇਨ ਦੇ ਉੱਪਰ ਉਡਾਨ ਭਰਦੇ ਹੋਏ ਦੇਖੇ ਗਏ ਹੈ, ਕਿਉਂਕਿ ਅਮਰੀਕਾ ਜਿਹੜਾ ਹੈਗਾ ਮਤਲਬ ਉੱਥੇ ਦੇ ਨਿਵਾਸੀਆਂ ਦੀ ਮਦਦ ਕਰਨ ਵਾਸਤੇ ਆਪਣੇ ਹਵਾਈ ਜਹਾਜ਼ਾਂ ਨੂੰ ਭੇਜਣ ਵਾਸਤੇ ਜਿਹੜਾ ਹੈਗਾ ਮਤਲਬ ਅਮਰੀਕਾ ਨੇ ਮਦਦ ਜਿਹੜੀ ਹੈਗੀ ਹੈ ਥੋੜੀ ਬਹੁਤ ਕਰਨੀ ਸ਼ੁਰੂ ਕਰ ਦਿੱਤੀ। ਹਾਲਾਂਕਿ ਕਈ ਦੇਸ਼ ਜਿਹੜੇ ਹੈਗੇ ਆ ਛੋਟੇ ਮੋਟੇ ਦੇਸ਼ ਤਾਂ 11 ਦੇਸ਼ ਜਿਹੜੇ ਹੈਗੇ ਇਕਜੁੱਟ ਹੋ ਚੁੱਕੇ ਹੈਗੇ ਯੂਕਰੇਨ ਦੀ ਮਦਦ ਕਰਨ ਵਾਸਤੇ, ਪਰ ਉਹ ਜਿਹੜੇ ਦੇਸ਼ ਹੈਗੇ ਆ ਉਹਨਾਂ ਦਾ ਵੀ ਰੂਸ ਸਾਹਮਣੇ ਕੋਈ ਮਤਲਬ ਮੁਕਾਬਲਾ ਨਹੀਂ ਹੈਗਾ। ਹਾਂ ਇਹ ਹੈ ਕਿ ਜੇ ਵੱਡੀਆਂ ਕੰਟਰੀਆਂ ਰਲ ਜਾਂਦੀਆਂ ਹੈਗੀਆਂ ਯੂਕਰੇਨ ਦੇ ਫੇਵਰ ਵਿੱਚ ਤਾਂ ਸ਼ਾਇਦ ਉਹ ਰੂਸ ਨੂੰ ਜਿਹੜਾ ਮਾਤ ਦੇ ਪਾਣ, ਬਟ ਚੱਕਰ ਇਹ ਕਿ ਜੇ ਇਹ ਕੰਟਰੀਜ਼ ਰਲ ਜਾਂਦੀਆਂ ਹੈਗੀਆਂ ਤਾਂ ਕਿਤੇ ਨਾ ਕਿਤੇ ਤੀਜਾ ਵਿਸ਼ਵ ਯੁੱਧ ਜਿਸ ਤੋਂ ਆਪਾਂ ਸਾਰੇ ਡਰ ਰਹੇ ਹੈਗੇ ਆ, ਤੀਜਾ ਵਿਸ਼ਵ ਯੁੱਧ ਸ਼ੁਰੂ ਹੋ ਜਾਏਗਾ ਔਰ ਜਿਹੜੀ ਦੁਨੀਆ ਹੈਗੀ ਆ ਉਹਦੇ ਤੇ ਮਤਲਬ ਲੋਕਾਂ ਦੀ ਮਾਰੋ ਮਾਰ ਸ਼ੁਰੂ ਹੋ ਜਾਏਗੀ। ਹਰ ਤਰਫ ਜਿਹੜੇ ਹੈਗੇ ਜਾਨੋ ਮਾਲ ਦੇ ਨੁਕਸਾਨ ਹੋ ਜਾਣਗੇ
ਤਾਂ ਜਿਹੜੀਆਂ ਕੰਟਰੀਜ਼ ਹੈਗੀਆਂ ਇਸ ਚੀਜ਼ ਤੋਂ ਵੀ ਦੇਖਦਿਆਂ ਹੋਇਆ ਮਤਲਬ ਬੰਦਾ ਕਹਿੰਦਾ ਨਾ ਕਈ ਵਾਰ ਦਿਮਾਗ ਨਾਲ ਚੱਲਣਾ, ਦਿਮਾਗ ਨਾਲ ਮਤਲਬ ਚੱਲ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਲੜਾਈ ਨੂੰ ਵਧਾਵਾ ਨਾ ਮਿਲੇ, ਕਿਉਂਕਿ ਜੇ ਇਹ ਲੜਾਈ ਵੱਧ ਗਈ ਤਾਂ ਤੀਜਾ ਥਰਡ ਵਰਲਡ ਵਾਰ ਦੇ ਰੂਪ ਵਿੱਚ ਇਹ ਜਿਹੜੀ ਹੈਗੀ ਖੜੀ ਹੋ ਜਾਊਗੀ। ਬਿਲਕੁਲ ਮਮਤਾ, ਕਿਉਂਕਿ ਸ਼ਕਤੀਸ਼ਾਲੀ ਦੇਸ਼ਾਂ ਦੇ ਮਾਮਲੇ 'ਚ ਰੂਸ ਦੂਜੇ ਸਥਾਨ ਤੇ ਪਾਇਆ ਜਾ ਰਿਹਾ ਤੇ ਇਸ ਦੇ ਨਾਲ ਹੀ ਰੂਸ ਦੇ ਵਿੱਚ 8.50 ਲੱਖ ਫੌਜੀ ਦੱਸੇ ਜਾ ਰਹੇ ਨੇ, ਜੋ ਕਿ ਯੂਕਰੇਨ ਦੇ ਵਿੱਚ 2 ਲੱਖ ਨੇ ਸਿਰਫ। ਇਸ ਦੇ ਨਾਲ 4173 에ਅਰਕ੍ਰਾਫਟ ਵੀ ਦੱਸੇ ਜਾ ਰਹੇ ਨੇ ਤੇ ਯੂਕਰੇਨ ਦੇ ਵਿੱਚ 318 ਨੇ। ਮਤਲਬ ਹਰੇਕ ਚੀਜ਼ ਯੂਕਰੇਨ ਦੇ ਵਿੱਚ ਘੱਟ ਦੱਸੀ ਗਈ ਹੈ ਤੇ ਰੂਸ ਦੇ ਵਿੱਚ ਹਰ ਇੱਕ ਚੀਜ਼ ਜ਼ਿਆਦਾ, ਜੋ ਕਿ ਸ਼ਕਤੀਸ਼ਾਲੀ ਦੱਸਿਆ ਜਾ ਰਿਹਾ ਰੂਸ। ਇਹਦੇ ਨਾਲ ਨਾਲ ਜਿਹੜੇ ਰੂਸ ਵਿੱਚ 772 ਜਿਹੜੇ ਹੈਗੇ ਫਾਈਟਰ ਜੈਟ ਨੇ ਤੇ ਯੂਕਰੇਨ 'ਚ ਸਿਰਫ 69 ਫਾਈਟਰ ਜੈਟ ਹੈ, ਔਰ ਉਹਦੇ 'ਚੋਂ ਰੂਸ ਵਿੱਚ 12420 ਟੈਂਕ ਨੇ ਔਰ ਯੂਕਰੇਨ ਵਿੱਚ ਸਿਰਫ 2596। ਮਤਲਬ ਜੇ ਦੇਖਿਆ ਜਾਵੇ ਤਾਂ ਦੁੱਗਣੀਆਂ ਤਿੱਗਣੀਆਂ। ਔਰ ਜੇ ਗੱਲ ਕਰੀਏ ਪਣਡੁੱਬੀਆਂ ਦੀ ਤਾਂ ਰੂਸ ਵਿੱਚ 70 ਪਣਡੁੱਬੀਆਂ ਨੇ, ਬਟ ਯੂਕਰੇਨ ਵਾਲਿਆਂ ਕੋਲ ਕੋਈ ਪਣਡੁੱਬੀ ਹੈ ਹੀ ਨਹੀਂ। ਜੇ ਕੱਲ ਨੂੰ ਕਹਿ ਲਓ ਵੀ ਸਮੁੰਦਰੀ ਯੁੱਧ ਛਿੜ ਜਾਂਦਾ ਹੈਗਾ ਤਾਂ ਸਮੁੰਦਰੀ ਯੁੱਧ ਵਿੱਚ ਯੂਕਰੇਨ ਜਿਹੜਾ ਹੈਗਾ ਉਹ ਬਿਲਕੁਲ ਮਾਤ ਖਾ ਜਾਊਗਾ। ਔਰ ਉਹਦੇ ਨਾਲ ਨਾਲ ਸਾਡੇ ਕੋਲ ਜਿਹੜੀਆਂ ਹੋਰ ਇਨਫੋਰਮੇਸ਼ਨਸ ਆ ਰਹੀਆਂ ਉਹਦੇ ਵਿੱਚ ਮਾਸਕੋ ਸਮੇਤ 53 ਸ਼ਹਿਰਾਂ ਦੇ ਲੋਕ ਜਿਹੜੇ ਹੈਗੇ ਸੜਕਾਂ ਤੇ ਉਤਰ ਚੁੱਕੇ ਹੈ ਔਰ ਇਹ ਲੋਕ ਗੁਰੂਵਾਰ ਤੋਂ ਜਿਹੜਾ ਹੈਗਾ ਪ੍ਰੋਟੈਸਟ ਕਰ ਰਹੇ ਹੈਗੇ ਔਰ ਬਹੁਤ ਸੰਖਿਆ 'ਚ ਨੇ ਇਹ ਲੋਕੀ ਜਿਹੜੇ ਇਸ ਹਮਲੇ ਨੂੰ ਸਹੀ ਨਹੀਂ ਕਹਿ ਰਹੇ। ਇਹ ਬਾਰ-ਬਾਰ ਜਿਹੜਾ ਹੈਗਾ ਰੂਸ ਦੀ ਰਾਜਧਾਨੀ ਮਾਸਕੋ ਵਿੱਚ ਇਹ ਲੋਕੀ ਜਿਹੜੇ ਹੈਗੇ ਆ ਉਤਰ ਕੇ ਇਸ ਯੁੱਧ ਦੀ ਜਿਹੜੀ ਨਿੰਦਾ ਕਰ ਰਹੇ ਹੈਗੇ ਕਿ ਮਤਲਬ ਇਹ ਯੁੱਧ ਨਹੀਂ ਹੋਣਾ ਚਾਹੀਦਾ ਔਰ ਆਮ ਇਨਸਾਨ ਜਿਹੜੇ ਹੈਗੇ ਆ ਉਹ ਇਸ ਯੁੱਧ ਦੇ ਖਿਲਾਫ ਮਤਲਬ ਪੁਤਿਨ ਨੂੰ ਬਾਰ-ਬਾਰ ਇਹੀ ਕਹਿ ਰਹੇ ਹੈਗੇ ਕਿ ਇਸ ਯੁੱਧ ਨੂੰ ਰੋਕ ਦਿੱਤਾ ਜਾਵੇ। ਕਿਉਂਕਿ ਦੇਖੋ ਆਪਾਂ ਕੋਲ ਬਾਰ-ਬਾਰ ਖਬਰਾਂ ਆ ਰਹੀਆਂ ਕਿ ਆਪਣੇ ਕਿੰਨੇ ਮਤਲਬ ਇੰਡੀਅਨ ਬੱਚੇ ਜਿਹੜੇ ਹੈਗੇ ਆ ਕਿ ਉਹ ਬਾਹਰ ਫਸ ਚੁੱਕੇ ਹੈਗੇ ਆ ਔਰ ਉਹਨਾਂ ਨੂੰ ਕੱਢਣ ਦਾ ਕੋਈ ਵੀ ਉਪਰਾਲਾ ਜਿਹੜਾ ਸਮਝ ਨਹੀਂ ਆ ਰਿਹਾ ਹੈਗਾ। ਹੁਣੇ ਤਾਜ਼ਾ ਇੱਕ ਹੋਰ ਖਬਰ ਹੈ ਕਿ ਜਿਹੜਾ ਰੂਸ ਹੈਗਾ ਰੂਸ ਯੂਕਰੇਨ ਦੇ ਉੱਪਰ ਲਗਾਤਾਰ ਬੰਬਾਰੀ ਕਰ ਰਿਹਾ ਹੈਗਾ ਔਰ ਇਹ ਬਹੁਤ ਮਾੜੀ ਗੱਲ ਹੈ ਵੀ ਜੇ ਬੰਬਾਰੀ, ਕਿਉਂਕਿ ਰੂਸ ਦੀਆਂ ਵੱਡੀਆਂ ਬਿਲਡਿੰਗਸ ਜਿਹੜੀਆਂ ਹੈਗੀਆਂ 28 ਤੋਂ 30 ਮੰਜ਼ਿਲਾ ਬਿਲਡਿੰਗ ਜਿਹੜੀਆਂ ਹੈਗੀਆਂ ਉਹ ਢਹਿ ਢੇਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ। ਤਾਂ ਜਿਹੜੇ ਆਪਾਂ ਜੇ ਸੋਚਦੇ ਕਿ ਆਪਣੇ ਬੱਚੇ ਜਿਹੜੇ ਉੱਥੇ ਕੋਲਜਾ ਦੇ ਜਾਂ ਕਿਤੇ ਵੀ ਤਹਿਖਾਨਿਆਂ 'ਚ ਜਾਂ ਬੰਬ ਸ਼ੈਲਟਰਾਂ ਵਿੱਚ ਲੁਕੇ ਹੋਏ ਹੈਗੇ ਉਹਨਾਂ ਦੀ ਜਾਨ ਨੂੰ ਬਹੁਤ ਜ਼ਿਆਦਾ ਖਤਰਾ ਹੋ ਰਿਹਾ। ਇਹਦੇ ਨਾਲ ਨਾਲ ਪ੍ਰੀਤ ਇੱਕ ਹੋਰ ਇਨਫੋਰਮੇਸ਼ਨ ਜਿਹੜੀ ਸਾਡੇ ਕੋਲ ਆ ਰਹੀ ਹੈਗੀ ਹੈ, ਉਸ ਇਨਫੋਰਮੇਸ਼ਨ ਦੇ ਅਕੋਰਡਿੰਗ ਰੂਸ ਨੇ ਕਿਹਾ ਕਿ ਜਿਹੜੇ ਵੀ ਯੂਕਰੇਨ ਵਿੱਚ ਗੱਡੀਆਂ ਜਾਂ ਵਹੀਕਲਸ ਹੈਗੇ ਆ ਉਹਨਾਂ ਦੇ ਉੱਪਰ ਜੇ ਇੰਡੀਅਨ ਝੰਡਾ ਲਗਾਇਆ ਜਾਂਦਾ ਹੈਗਾ ਤਾਂ ਜਿਹੜੇ ਰੂਸੀ ਫੌਜੀ ਹੈਗੇ ਆ ਉਹਨਾਂ ਯੂਕਰੇਨ ਵਾਸੀਆਂ ਨੂੰ ਜਾਂ ਉਹਨਾਂ ਇੰਡੀਅਨਸ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ ਬਲਕਿ ਉਹਨਾਂ ਨੂੰ ਯੂਕਰੇਨ ਚੋਂ ਨਿਕਲਣ ਵਾਸਤੇ ਮਦਦ ਕਰਨਗੇ। ਮਤਲਬ ਇੰਡੀਆ ਦੀ ਮਤਲਬ ਇਹ ਆਪਾਂ ਗੱਲ ਕਰੀਏ ਕਿ ਰੂਸ ਕਿਤੇ ਨਾ ਕਿਤੇ ਇੰਡੀਆ ਨਾਲ ਦੋਸਤੀ ਨਿਭਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਕਿ ਜੇ ਲੋਕੀ ਇੰਡੀਅਨ ਝੰਡੇ ਨੂੰ ਉੱਥੇ ਅਪਣਾ ਲੈਂਦੇ ਹੈਗੇ ਆ, ਜੇ ਇੰਡੀਅਨਸ ਆਪਣੇ ਨਾਲ ਇੰਡੀਅਨ ਫਲੈਗ ਲੈ ਕੇ ਨਿਕਲਦੇ ਹੈਗੇ ਆ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਸੇਫਟੀ ਦਾ ਰੂਸ ਨੇ ਜਿਹੜਾ ਹੈਗਾ ਦਿਲਾਸਾ ਦਿੱਤਾ ਕਿ ਅਸੀਂ ਉਹਨਾਂ ਮਤਲਬ ਨਾਗਰਿਕਾਂ ਨੂੰ ਅਸੀਂ ਹਾਰਮ ਨਹੀਂ ਪਹੁੰਚਾਵਾਂਗੇ, ਅਸੀਂ ਉਹਨਾਂ ਨੂੰ ਜਿਹੜਾ ਹੈਗਾ ਮਦਦ ਦੇਣ ਦੀ ਕੋਸ਼ਿਸ਼ ਕਰਾਂਗੇ। ਹਾਂਜੀ ਪ੍ਰੀਤ, ਬਿਲਕੁਲ, ਕਿਉਂਕਿ 2 ਦਿਨ ਤੋਂ ਲਗਾਤਾਰ ਬੰਬਮਾਰੀ ਹੋ ਰਹੀ ਹੈ, ਇੰਨੀ ਜ਼ਿਆਦਾ ਤਬਾਹੀ ਮਚ ਚੁੱਕੀ ਹੈ ਯੂਕਰੇਨ ਦੇ ਵਿੱਚ। ਕੁਝ ਲੋਕੀ ਭਾਰਤ ਦੇ ਵਿੱਚ ਆ ਚੁੱਕੇ ਨੇ ਤੇ ਭਾਰਤ ਹੋਰ ਵੀ ਜਹਾਜ਼ ਉੱਧਰ ਭੇਜ ਰਹੇ ਨੇ ਤਾਂ ਕਿ ਸਾਡੇ ਲੋਕੀ ਭਾਰਤੀ ਇਨਸਾਨ ਨੇ ਜਿਹੜੇ ਉਹ ਸੇਫ ਹੋ ਕੇ ਭਾਰਤ ਦੇ ਵਿੱਚ ਵਾਪਸ ਆ ਸਕਣ। ਹਾਂਜੀ ਪ੍ਰੀਤ, ਅਸੀਂ ਨਾ ਹੁਣ ਸਾਡੇ ਇੱਕ ਇਥੋਂ ਖਰੜ ਤੋਂ ਬੱਚੇ ਆ ਰੂਬਲ, ਉਹਨਾਂ ਦੇ ਅਸੀਂ ਫਾਦਰ ਦੇ ਨਾਲ ਜੁੜ ਰਹੇ ਹਾਂ, ਲਾਈਵ ਹੋ ਰਹੇ ਹਾਂ ਕਿਉਂਕਿ ਬੱਚੇ ਨਾਲ ਤਾਂ ਸੰਪਰਕ ਨਹੀਂ ਹੋ ਪਾ ਰਿਹਾ ਹੈਗਾ। ਹਾਂਜੀ ਜਸਪਾਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਛਾ ਜਸਪਾਲ ਜੀ, ਪਹਿਲਾਂ ਤਾਂ ਤੁਸੀਂ ਇਹ ਦੱਸੋ ਤੁਹਾਡੇ ਬੱਚੇ ਦਾ ਸ਼ੁਭ ਨਾਮ ਔਰ ਤੁਹਾਡਾ ਬੱਚਾ ਮਤਲਬ ਇਸ ਵੇਲੇ ਯੂਕਰੇਨ 'ਚ ਕਿੱਥੇ ਪ੍ਰੈਜ਼ੈਂਟ ਔਰ ਕਿੰਨੀ ਦੇਰ ਤੋਂ ਉੱਥੇ ਪੜ੍ਹ ਰਿਹਾ ਸੀਗਾ? 4 ਸਾਲ ਤੋਂ ਕੀਵ ਦੇ ਵਿੱਚ ਹੈ, ਬੋਗੋਮਲੈਟਸ ਨੈਸ਼ਨਲ ਯੂਨੀਵਰਸਿਟੀ, ਉੱਥੇ MBBS ਕਰ ਰਿਹਾ ਜੀ ਬੱਚਾ। ਅੱਛਾ, ਔਰ ਐਟ ਪ੍ਰੈਜ਼ੈਂਟ ਬੱਚਾ ਹੁਣ ਕਿੱਥੇ ਹੈ? ਕੀਵ ਹੈ, ਉੱਥੇ ਕਿਸੇ ਬੰਕਰ ਦੇ ਵਿੱਚ ਜੀ ਉਹਨਾਂ ਨੇ ਰੁਕੇ ਹੋਏ ਨੇ ਜੀ ਉਹ ਕੱਲ ਦੇ। ਅੱਛਾ, ਔਰ ਉਹਨਾਂ ਦੀ ਤੁਹਾਡੀ ਉਹਨਾਂ ਨਾਲ ਗੱਲ ਹੋ ਪਾ ਰਹੀ ਹੈ ਜਾਂ ਨਹੀਂ ਹੋ ਪਾ ਰਹੀ? ਕੱਲ ਹੋਈ ਸੀ, ਫਿਰ ਕੱਲ ਤੋਂ ਬਾਅਦ ਉਹਦਾ ਸੰਪਰਕ ਕੋਈ ਨਹੀਂ ਸੀ। ਅੱਜ ਹੁਣ ਥੋੜੀ ਦੇਰ ਪਹਿਲਾਂ ਹੀ ਉਹਨਾਂ ਦਾ ਫੋਨ ਆਇਆ ਸੀਗਾ। ਹਾਂਜੀ, ਅਸੀਂ ਹਲੇ ਸੇਫ ਆ ਔਰ ਬੰਕਰ ਦੇ ਵਿੱਚ ਅੱਜ ਨਾਲ ਫੋਨ ਸਿਗਨਲ ਬੰਦ ਹੋ ਜਾਂਦੇ ਨੇ ਉੱਥੇ। ਤੇ ਕੋਈ ਸੂਚਨਾ ਮਿਲੀ ਜਿੱਦਾਂ ਕਿ ਸਾਡੇ ਕੋਲ ਸੂਚਨਾਵਾਂ ਆ ਰਹੀਆਂ ਹੈਗੀਆਂ ਕਿ ਬੱਚਿਆਂ ਨੂੰ ਉੱਥੋਂ ਕੱਢਣ ਵਾਸਤੇ ਐਫਰਟ ਕੀਤੇ ਜਾ ਰਹੇ ਆ, ਬੱਸਾਂ ਜਿਹੜੀਆਂ ਹੈਗੀਆਂ ਉੱਥੋਂ ਚਲਾ ਕੇ ਜਿਹੜੀਆਂ ਹੈਗੀਆਂ ਬੱਚਿਆਂ ਨੂੰ ਰੋਮਾਨੀਆ ਵੱਲ ਭੇਜਣ ਵਾਸਤੇ ਉਹ ਕੀਤਾ ਜਾ ਰਿਹਾ ਹੈਗਾ, ਤਾਂ ਮਤਲਬ ਆਪਣੇ ਬੱਚੇ ਨੇ ਕੋਈ ਇੰਦਾ ਮਤਲਬ ਮੈਂਸ਼ਨ ਕੀਤਾ?
ਹਾਂਜੀ ਉਹਨਾਂ ਕੋਲ ਵੀ ਜਿਹੜਾ ਉਹਨਾਂ ਦਾ ਕੋਈ ਲੋਕਲ ਉੱਥੇ ਫਰੈਂਡ ਸਰਕਲ ਦਾ ਕੋਈ ਗਰੁੱਪ ਬਣਾਇਆ ਉਹਦੇ ਚ ਜਿਹੜੀ ਚੀਜ਼ ਮੈਂਸ਼ਨ ਹੋਈ ਉਹਨਾਂ ਨੇ ਦੱਸਿਆ ਸੀਗਾ ਬਾਰਡਰ ਏਰੀਏ ਦੇ ਵਿੱਚ ਜਿਹੜਾ ਉੱਥੋਂ ਬੱਚੇ ਇਵੈਕੂਏਟ ਹੋ ਰਹੇ ਨੇ, ਬਟ ਇਹ ਕੀਵ ਦੇ ਵਿੱਚ ਇਦਾਂ ਦੀ ਹਲੇ ਕੋਈ ਐਮਬੈਸੀ ਨੇ ਇਦਾਂ ਦੀ ਕੋਈ ਹਲੇ ਇਹਨਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਕਿ ਇਹਨਾਂ ਨੂੰ ਬਾਹਰ ਕੱਢਣ ਉੱਥੋਂ ਹਲੇ। ਅੱਛਾ, ਕਿਉਂਕਿ ਕੀਵ ਦੇ ਸ਼ਾਇਦ 에ਅਰਕ੍ਰਾਫਟ ਜਿਹੜੇ ਹਾਈ ਉਸ ਹੈਗੇ ਆ ਹੈਲੀਕਾਪਟਰ ਦੇ ਜਿਹੜੇ ਕੀ ਕਹਿੰਦੇ ਹੁੰਦੇ ਕੀਵ ਇਸ ਟਾਈਮ ਅੰਡਰ ਅਟੈਕ ਹੈ ਜੀ ਇਸ ਟਾਈਮ ਨਾ। ਹਾਂਜੀ, ਤੇ ਤੁਸੀਂ ਮਤਲਬ ਬੱਚੇ ਦਾ ਖਾਣ ਪੀਣ ਦਾ ਉੱਥੇ ਕਿੱਦਾਂ ਚੱਲ ਰਿਹਾ ਹੈ? ਖਾਣ ਪੀਣ ਦੀ ਕੋਈ ਸਹੂਲਤ ਹੈਗੀ ਹੈ ਜਾਂ ਮਤਲਬ ਨਹੀਂ? ਨਹੀਂ, ਖਾਣ ਪੀਣ ਦੀ ਬਾਹਰੋਂ ਕੋਈ ਸਹੂਲਤ ਨਹੀਂ ਹੈ, ਜਿਹੜਾ ਇਹਨਾਂ ਦੇ ਆਪਣੇ ਕੋਲ ਹੀ ਸਮਾਨ ਪਿਆ ਹਲੇ ਉਹ ਯੂਜ਼ ਹੋ ਰਿਹਾ। ਜਿਹੜੇ 2-3 ਦਿਨ ਤੋਂ ਇੰਨਾ ਕੁ ਘਰਾਂ 'ਚ ਰੱਖਿਆ ਹੁੰਦਾ ਇਹਨਾਂ ਨੇ ਹਲੇ ਉਹ ਯੂਜ਼ ਹੋ ਰਿਹਾ, ਪਰ ਬਾਹਰੋਂ ਹਲੇ ਕੋਈ ਗਵਰਨਮੈਂਟ ਵੱਲੋਂ ਕੋਈ ਸਹੂਲਤ ਨਹੀਂ ਹੈ ਜਾਂ ਆਮ ਪਬਲਿਕ ਨੂੰ ਵੀ ਕੋਈ ਸਹੂਲਤ ਨਹੀਂ ਹੈ। ਓਕੇ, ਚਲੋ ਥੈਂਕ ਯੂ ਜਸਪਾਲ ਜੀ, ਸਾਡੀਆਂ ਬੈਸਟ ਵਿਸ਼ੇਸ ਨੇ ਤੁਹਾਡੇ ਬੇਟੇ ਨਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਪ੍ਰੀਤ, ਇਹ ਤਾਂ ਸਾਡੀ ਗੱਲ ਹੋਈ ਹੈ ਕਿਉਂਕਿ ਦੇਖੋ ਬਾਹਰ ਸੰਪਰਕ ਨਹੀਂ ਹੋ ਪਾ ਰਿਹਾ ਹੈਗਾ ਬੱਚੇ ਦੇ ਨਾਲ, ਤੇ ਉੱਥੇ ਕਿਉਂਕਿ ਇੰਟਰਨੈਟ ਬੰਦ ਹੋ ਚੁੱਕੇ, ਸਾਰੀਆਂ ਸੇਵਾਵਾਂ ਬੰਦ ਹੋ ਚੁੱਕੀਆਂ ਹੈਗੀਆਂ, ਤਾਂ ਬਹੁਤ ਮੁਸ਼ਕਿਲ ਨਾਲ ਬੱਚੇ ਜਿਹੜੇ ਹੈਗੇ ਰਾਬਤਾ ਕਾਇਮ ਕਰ ਰਹੇ, ਕਿਉਂਕਿ ਨਾ ਤਾਂ ਦੇਖੋ ਫੋਨ ਚਾਰਜ ਕਰਨ ਦੇ ਵੀ ਕੋਈ, ਕਿਉਂਕਿ ਸਾਰਾ ਕੁਝ ਉੱਤੇ ਅੰਡਰ ਅਟੈਕ ਹੋਣ ਕਰਕੇ ਮਤਲਬ ਲਾਈਟਿੰਗਸ ਖਤਮ ਹੋ ਰਹੀਆਂ ਹੈਗੀਆਂ, ਇੰਟਰਨੈਟ ਖਤਮ ਹੋ ਗਿਆ, ਬਾਜ਼ਾਰ ਬੰਦ ਹੋ ਗਏ, ਖਾਣ ਪੀਣ ਦੇ ਸਮਾਨ ਡਿਸਟਰੋਏ ਹੋ ਗਏ। ਮਤਲਬ ਬੱਚੇ ਵਿਚਾਰੇ ਕਿੰਨੀ ਕੁ ਉੱਥੇ ਕਲੈਕਸ਼ਨ ਹੋਊਗੀ ਸਮਾਨ ਦੀ, ਜੇ ਸੋਚਿਆ ਜਾਵੇ ਕਿ ਬੱਚੇ ਕਿੰਨਾ ਕੁ ਉਹਨਾਂ ਨੇ ਆਪਣੇ ਕੋਲ ਫੂਡ ਰੱਖਿਆ ਹੋਊਗਾ ਕਿ ਉਹ ਖਾ ਪੀ ਕੇ ਆਪਾਂ ਨੂੰ ਹਾਲਾਤ ਦੇ ਆਪਾਂ ਜੇ ਸੋਚੀਏ ਤਾਂ ਆਪਣੇ ਦਿਲਾਂ ਨੂੰ ਬਹੁਤ ਜ਼ਿਆਦਾ ਅੰਦਰ ਟੀਸ ਉੱਠਦੀ ਹੈ ਕਿ ਬੱਚੇ ਮਤਲਬ ਆਪਾਂ ਘਰ ਕਿੰਨਾ ਕੁ ਸਮਾਨ ਰੱਖਦੇ, ਜੇ ਸੋਚਿਆ ਜਾਵੇ ਆਪਾਂ ਮਤਲਬ ਇਹੋ ਜਿਹੇ ਮਾਹੌਲ 'ਚ ਜੇ ਆਪਾਂ ਗੱਲ ਕਰਦੇ ਹਾਂ ਕਿ ਸਾਡੇ ਕੋਲ ਆਟਾ ਪਿਆ ਹੋਊਗਾ, ਤਾਂ ਹੁਣ ਇਹੋ ਜਿਹੇ ਮਾਹੌਲ ਵਿੱਚ ਬੱਚੇ ਆਪਣੀ ਜਾਨ ਬਚਾਉਣਗੇ ਜਾਂ ਜਿਹੜਾ ਉਹਨਾਂ ਕੋਲ 2-4 ਕਿਲੋ ਆਟਾ ਹੋਊਗਾ ਉਹਦੀਆਂ ਬਹਿ ਕੇ ਰੋਟੀਆਂ ਬਣਾਉਣਗੇ। ਕਿਉਂਕਿ ਦੇਖੋ ਜੇ ਆਪਾਂ ਗੱਲ ਕਰਦੇ ਹਾਂ ਮਤਲਬ ਬੱਚਿਆਂ ਕੋਲ ਕੋਈ ਸਮਾਨ ਕਲੈਕਟ ਦੀ, ਕਿੰਨੇ ਕੁ ਬਿਸਕੁਟ ਜਾਂ ਚਿਪਸਾਂ ਨਾਲ ਪੇਟ ਭਰ ਜਾਂਦੇ ਹੈਗੇ ਜਾਂ ਕਿੰਨਾ ਕੁ ਪਾਣੀ ਸਟਾਕ ਹੋ ਸਕਦਾ। ਤੁਸੀਂ ਇਹਨਾਂ ਦੇ ਨਾਲ ਜਿਹੜੀ ਮੇਰੀ ਕੀਤੀ ਜਸਪਾਲ ਜੀ ਨਾਲ ਗੱਲ ਹੈਗੀ, ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉੱਥੇ ਬੱਚੇ ਕਿੰਨੇ ਕੁ ਮੁਸ਼ਕਲ ਭਰੇ ਵਕਤ ਤੋਂ ਜਿਹੜਾ ਹੈਗਾ ਗੁਜ਼ਰ ਰਿਹਾ ਹੈਗਾ। ਸਾਡੀਆਂ ਸਰਕਾਰਾਂ ਨੂੰ ਬਾਰ-ਬਾਰ ਇਹੀ ਦਰਖਾਸਤ ਹੈਗੀ ਕਿ ਜਿੱਥੇ ਤੁਸੀਂ 1 ਜਾਂ 2 ਬੱਸਾਂ ਚਲਾਈਆਂ ਹੈਗੀਆਂ ਉੱਥੇ ਤੁਸੀਂ ਚਾਹੇ ਰੂਸ ਨਾਲ ਗੱਲ ਕਰੋ ਕਿ ਥੋੜੀ ਦੇਰ ਲਈ ਬੰਬਾਰੀ ਬੰਦ ਕਰਨ ਜਾਂ ਥੋੜਾ ਜਿਹਾ ਬ੍ਰੇਕਅਪ ਦੇਣ ਕਿ ਸਾਡੇ ਜਿਹੜੇ ਇੰਡੀਅਨ ਬੱਚੇ ਹੈਗੇ ਵੀ ਅਸੀਂ ਉਹਨਾਂ ਨੂੰ ਸੇਫਲੀ ਜਿਹੜਾ ਹੈਗਾ ਅਸੀਂ ਉੱਥੋਂ ਦੀ ਕੱਢ ਕੇ ਉਹਨਾਂ ਨੂੰ ਇੱਕ ਵਾਰ ਆਪਣੇ ਘਰਾਂ ਤੱਕ ਪਹੁੰਚਾ ਦਈਏ। ਕਿਉਂਕਿ ਦੇਖੋ ਬੱਚੇ ਜਿਹੜੇ ਹੈਗੇ ਸਭ ਦੇ ਸਾਂਝੇ ਹੁੰਦੇ, ਭਾਵੇਂ ਰੂਸ ਦੇ ਬੱਚੇ ਹੋਣ, ਭਾਵੇਂ ਯੂਕਰੇਨ ਦੇ, ਇੰਡੀਆ ਦੇ, ਪਾਕਿਸਤਾਨ ਦੇ, ਕਿਉਂਕਿ ਦੇਖੋ ਹਰ ਬੱਚਾ ਆਪਣੇ ਦੇਸ਼ ਦਾ ਭਵਿੱਖ ਹੈਗਾ। ਔਰ ਵੈਸੇ ਤਾਂ ਮੈਂ ਕੱਲ ਵੀ ਕਿਹਾ ਸੀਗਾ ਕਿ ਯੂਕਰੇਨ ਸਰਕਾਰ ਨੂੰ ਜਦੋਂ ਪਤਾ ਸੀਗਾ ਕਿ ਬੰਬਾਰੀਆਂ ਹੋਣੀਆਂ ਨੇ, ਲੜਾਈ ਦੇ ਅੰਦੇਸ਼ੇ ਹੈਗੇ, ਤਾਂ ਉਹਨਾਂ ਨੂੰ ਪਹਿਲਾਂ ਹੀ ਕਾਲਜ ਬੰਦ ਕਰਕੇ ਬੱਚੇ ਜਿਹੜੇ ਹੈਗੇ ਆਪਣੇ ਦੇਸ਼ਾਂ ਵੱਲ ਭੇਜ ਦੇਣੇ ਚਾਹੀਦੇ ਸੀਗੇ। ਪਰ ਇਹਨਾਂ ਨੇ ਯੂਕਰੇਨ ਦੀਆਂ ਸਰਕਾਰਾਂ ਨੇ ਵੀ ਕੋਈ ਇੰਜ ਦਾ ਸਟੈਪ ਨਹੀਂ ਚੱਕਿਆ। ਔਰ ਕੱਲੇ ਇੰਡੀਆ ਦੇ ਨਹੀਂ, ਹੋਰ ਵੀ ਮਤਲਬ ਕਿੱਥੋਂ ਵਰਲਡ ਵਾਈਡ, ਕਿਉਂਕਿ ਦੇਖੋ ਥਾਵਾਂ ਤੋਂ ਆਏ ਹੋਏ ਸਟੂਡੈਂਟ, ਹਾਂ ਬੱਚੇ ਜਿਹੜੇ ਹੈਗੇ ਹਰ ਕੰਟਰੀ ਦੇ ਉੱਥੇ ਫਸੇ ਹੋਏ ਆ ਔਰ ਸਭ ਦੇ ਹਾਲਾਤ ਮਾੜੇ ਆ ਔਰ ਹਰ ਕੋਈ ਜਿਹੜਾ ਹੈਗਾ ਉੱਥੇ ਬੱਚਾ ਪੈਨਿਕ ਹੋਇਆ ਪਿਆ। ਕਿਉਂਕਿ ਦੇਖੋ ਜਦੋਂ ਬੱਚਿਆਂ ਨੂੰ ਕੋਈ ਪਰੇਸ਼ਾਨੀ ਆਉਂਦੀ ਬੱਚੇ ਮਾਂ ਪਿਓ ਦੀ ਗੋਦ ਭਾਲਦੇ ਆ ਔਰ ਇਸ ਸਮੇਂ ਦੇਖੋ ਉਹਨਾਂ ਨੂੰ ਪਰੇਸ਼ਾਨੀ ਕੱਲਿਆਂ ਜਿਹੜੀ ਹੈਗੀ ਉਹ ਫੇਸ ਕਰਨੀ ਪੈ ਰਹੀ ਹੈ। ਉਹਨਾਂ ਕੋਲ ਕੋਈ ਮਤਲਬ ਉੱਥੇ ਮਾਂ ਪਿਓ ਦਾ ਸਹਾਰਾ ਨਹੀਂ, ਕਹਿਣ ਨੂੰ ਕੋਈ ਆਪਣਾ ਨਹੀਂ ਹੈਗਾ ਮਤਲਬ ਜਿਹਦੇ ਨਾਲ ਉਹ ਦੁੱਖ ਸੁੱਖ ਸ਼ੇਅਰ ਕਰ ਪਾਉਣ। ਉਹ ਸਿਰਫ ਬੱਚੇ ਵਿਚਾਰੇ ਕਹਿ ਲਓ ਕਿ ਇੱਕ ਦੂਜੇ ਦੇ ਨਾਲ ਪਤਾ ਨਹੀਂ ਕਿਹੜੀਆਂ ਥਾਵਾਂ ਤੋਂ ਮਤਲਬ ਲੁਕ ਕੇ ਉੱਥੇ ਬੈਠੇ ਹੋਏ ਹੈਗੇ। ਔਰ ਮਤਲਬ ਅੱਜ ਦੇ ਵਕਤ ਵਿੱਚ ਉਹ ਬੱਚੇ ਜਿਹੜੇ ਇਸ ਮੁਸੀਬਤ ਨੂੰ ਫੇਸ ਕਰ ਰਹੇ ਉਹੀ ਜਾਣਦੇ ਕਿ ਉਹ ਕਿੱਦਾਂ ਆਪਣੇ ਆਪ ਨੂੰ ਇਸ ਪੋਜੀਸ਼ਨ ਚੋਂ, ਇਸ ਹਾਲਾਤ ਵਿੱਚੋਂ ਬਚਾ ਕੇ ਜਿਹੜਾ ਹੈਗਾ ਆਪਣੇ ਮਾਂ ਪਿਓ ਦੇ ਆਗੋਸ਼ ਵਿੱਚ ਵਾਪਸ ਆਣਗੇ। ਹਾਂਜੀ ਪ੍ਰੀਤ ਜੀ। ਜੀ ਬਿਲਕੁਲ, ਕਿਉਂਕਿ ਮਾਂ ਪਿਓ ਨੇ ਇੰਨਾ ਪੈਸਾ ਲਾ ਕੇ ਆਪਣੇ ਬੱਚਿਆਂ ਨੂੰ ਬਾਹਰ ਪੜ੍ਹਨ ਲਈ ਭੇਜਦੇ ਨੇ, ਜਿਵੇਂ ਕਿ ਕਹਿੰਦੇ ਨੇ ਕਿ ਉੱਥੇ MBB ਵਾਸਤੇ ਜ਼ਿਆਦਾ ਬੱਚੇ ਪੜ੍ਹਨ ਲਈ ਜਾਂਦੇ ਨੇ, ਤੇ ਉੱਥੇ ਹਰ ਇੱਕ ਬੱਚਾ ਪੜ੍ਹਨ ਲਈ ਗਿਆ ਹੋਇਆ ਮਾਂ ਪਿਓ ਨੇ ਪਤਾ ਨਹੀਂ ਕਿਸ ਤਰ੍ਹਾਂ ਬੱਚਿਆਂ ਨੂੰ ਇੰਨਾ ਪੈਸਾ ਲਾ ਕੇ ਭੇਜਿਆ, ਤੇ ਅੱਜ ਉਹ ਉੱਥੇ ਫਸੇ ਹੋਏ ਬੈਠੇ ਨੇ, ਤੇ ਅੱਜ ਉਹਨਾਂ ਦੇ ਮਾਂ ਪਿਓ ਜਿਹੜੇ ਬੈਠੇ ਨੇ ਉਹ ਪਛਤਾ ਰਹੇ ਹੋਣਗੇ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਉਂ ਭੇਜਿਆ। ਪ੍ਰੀਤ ਦੇ ਨਾਲ ਹੀ ਤੁਸੀਂ ਅੱਜ ਦੇ ਜਿਹੜੇ ਅਪਡੇਟਸ ਹੈਗੇ ਆ, ਲੇਟੈਸਟ ਅਪਡੇਟਸ ਹੈਗੇ, ਉਹ ਸਾਡੇ ਸਰੋਤਿਆਂ ਨਾਲ, ਸਾਡੇ ਦਰਸ਼ਕਾਂ ਨਾਲ ਪਲੀਜ਼ ਸ਼ੇਅਰ ਕਰ ਦਿਓ ਜੀ। ਅੱਜ ਦੀ ਇੱਕ ਗੱਲ ਹੋਰ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ 'ਚ ਪਹਿਲੀ ਵਾਰ ਹਿੰਦੂ ਅਧਿਕਾਰੀ ਕੈਲਾਸ਼ ਕੁਮਾਰ ਲੈਫਟੀਨੈਂਟ ਕਰਨਲ ਦੇ ਅਹੁਦੇ ਤੇ ਨਿਯੁਕਤ ਕੀਤੇ ਗਏ ਨੇ। ਹਾਂਜੀ ਦੇਖੋ ਹੁਣ ਮਤਲਬ ਕਿੰਨੀ ਵਧੀਆ ਗੱਲ ਹੈਗੀ। ਪਹਿਲਾਂ ਇੰਜ ਦੀ ਖਬਰ ਆਪਾਂ ਕੋਲ ਕੈਨੇਡਾ ਤੋਂ ਆਉਂਦੀ ਹੋਈ ਸੀ ਕਿ ਕੈਨੇਡਾ ਵਿੱਚ ਜਿਹੜੇ ਪੰਜਾਬੀ ਹੈਗੇ ਉਹ ਬਹੁਤ ਵਧੀਆ ਅਹੁਦਿਆਂ ਤੇ ਨਿਯੁਕਤ ਹੋਣੇ ਸ਼ੁਰੂ ਹੋ ਗਏ ਆ।
ਔਰ ਅੱਜ ਸਾਡੇ ਕੋਲ ਇਨਫੋਰਮੇਸ਼ਨ ਆਈ ਹੈਗੀ ਕਿ ਲੈਫਟੀਨੈਂਟ ਦੇ ਅਹੁਦੇ ਤੇ ਜਿਹੜਾ ਹੈਗਾ ਸਾਡਾ ਮਤਲਬ ਕੋਈ ਹਿੰਦੂ ਜੈਂਟਲਮੈਨ ਜਿਹੜਾ ਹੈਗਾ ਪਾਕਿਸਤਾਨ ਵਿੱਚ ਫਸਟ ਟਾਈਮ ਜਿਹੜਾ ਹੈਗਾ ਲੈਫਟੀਨੈਂਟ ਦੀ ਸੀਟ ਤੇ ਬੈਠਾ ਔਰ ਇਹ ਸਾਡੇ ਵਾਸਤੇ ਬਹੁਤ ਫਖਰ ਦੀ ਗੱਲ ਹੈ ਕਿਉਂਕਿ ਪਾਕਿਸਤਾਨ ਸਾਡਾ ਦੁਸ਼ਮਣ ਦੇਸ਼ ਹੈ ਔਰ ਜੇ ਉਸ ਦੁਸ਼ਮਣ ਦੇਸ਼ ਵਿੱਚ ਸਾਡਾ ਕੋਈ ਕਹਿ ਲਓ ਹਿੰਦੂ ਜੈਂਟਲਮੈਨ ਕਿਸੇ ਅੱਛੀ ਪੋਜੀਸ਼ਨ ਤੇ ਹੈਗਾ ਤਾਂ ਆਪਾਂ ਇਹਨੂੰ ਪੋਜ਼ਿਟਿਵਿਟੀ ਵੀ ਦੇਖ ਸਕਦੇ ਹੈਗੇ ਕਿ ਸ਼ਾਇਦ ਕੱਲ ਨੂੰ ਆਉਣ ਵਾਲੇ ਸਮੇਂ ਵਿੱਚ ਸਾਡਾ ਪਾਕਿਸਤਾਨ ਦੇ ਨਾਲ ਕੋਈ ਨਾ ਕੋਈ ਜਿਹੜਾ ਹੈਗਾ ਕੋਲੈਬੋਰੇਸ਼ਨ ਜਾਂ ਕੁਝ ਵਧੀਆ ਗੱਲਬਾਤ ਜਿਹੜੀ ਹੈਗੀ ਉਹ ਹੋ ਸਕੇ। ਬਿਲਕੁਲ ਇਸ ਦੇ ਨਾਲ ਹੀ ਮਾਤਮ 'ਚ ਬਦਲੀਆਂ ਖੁਸ਼ੀਆਂ, ਭੈਣ ਦੇ ਸ਼ਗਨ ਦੇ ਲਈ ਫਲਾਂ ਦੀ ਟੋਕਰੀ ਬਣਾਉਣ ਜਾ ਰਿਹਾ ਸੀ ਭਰਾ ਤੇ ਹਾਦਸੇ ਦੇ ਵਿੱਚ ਉਸਦੀ ਅਚਾਨਕ ਹੀ ਮੌਤ ਹੋ ਗਈ। ਪ੍ਰੀਤ ਦੇਖੋ ਲਾਈਫ ਹਾਦਸਿਆਂ ਨਾਲ ਭਰੀ ਹੋਈ ਹੈ, ਸਾਨੂੰ ਇੱਕ ਪਲ ਵਿੱਚ ਪਤਾ ਨਹੀਂ ਚੱਲਦਾ ਹੈਗਾ ਵੀ ਕੀ ਹੋ ਜਾਣਾ ਹੈਗਾ। ਜਿੱਦਾਂ ਜੇ ਆਪਾਂ ਗੱਲ ਕਰੀਏ ਸਾਨੂੰ ਮਤਲਬ ਸਿਰਫ ਅੰਦਾਜ਼ੇ ਸੀਗੇ ਕਿ ਰੂਸ ਜਿਹੜਾ ਹੈਗਾ ਯੂਕਰੇਨ ਤੇ ਹਮਲਾ ਕਰੇਗਾ, ਪਰ ਸਾਨੂੰ ਇਹ ਨਹੀਂ ਪਤਾ ਸੀਗਾ ਕਿ ਇਹ ਚੀਜ਼ ਰਿਐਲਿਟੀ ਵਿੱਚ ਹੋ ਜਾਏਗੀ ਕਿ ਮਤਲਬ ਯੂਕਰੇਨ ਇੱਕ ਸ਼ਾਂਤੀਪੂਰਵਕ ਆਪਣੀ ਜ਼ਿੰਦਗੀ ਜੀ ਰਿਹਾ, ਰੂਸ ਆਪਣੀ ਸ਼ਾਂਤੀਪੂਰਵਕ ਜ਼ਿੰਦਗੀ ਜੀ ਰਿਹਾ, ਵੀ ਕਦੋਂ ਇੱਕਦਮ रूस ने यूक्रेन ते हमला कर दिता और दोवें देश जिहड़े हैगे इस वेले जे आपां सोचीए ना रूस ने हमला तो कर दिता पर रूस किते ना किते हो सकदा भी अंदर खाते इंसान कई बार सोचदा कि असीं गुस्से विच इह काम कर दिता बट शायद रूस भी हो सकदा भी रूस नूं भी किते ना किते डर होवे कि ओहदे देश दा भी जिहड़ा हैगा नुकसान होएगा क्योंकि युद्ध विच युद्ध जिहड़ा हैगा किसी नूं भी मतलब बेनीफिट नहीं दिंदा हैगा। युद्ध हमेशा नुकसान का कारण बनता हैगा, वो किसी भी फॉर्म विच नुकसान हो सकता है। इंडस्ट्री हो गई, लोकी हो गए, बच्चे हो गए, अनाज हो गया, मतलब जदों भी ये युद्ध खत्म होगा 10 दिन नूं खत्म होंदा है, 15 दिन नूं खत्म होंदा है क्योंकि लड़ाइयां खत्म होंदियां होंदियां कई बार महीने भी बीत जाते हैं क्योंकि जदों गल जिद्द दी आ जाती है तो जे दोनों देशों कोल जिहड़े हथियार होणगे जद तक वो अपना सारा हथियार अपना सारा असला खत्म नहीं कर देंगे तद तक वो शांत नहीं बैठणगे। फिर उन्होंने इस चीज़ की परवाह नहीं होंदी कि ये विच किन्ने क जानो माल दियां किन्नियां क देखो नुकसान होणगे। बट असीं तां बार बार वाहिगुरू अगे यही अरदास करांगे कि जिन्ने भी बच्चे बाहर अपने माँ प्यो तो विछड़े हुए वो सारे बच्चे सेफली अपने घरां विच अपने माँ प्यो दे आगोश विच आ जाण और हर तरफ जिहड़ी हैगी है शांति मेनटेन होवे और ये जिहड़ा युद्ध चल रहा हैगा ये किसी भी तरह नाल थर्ड वर्ल्ड वार च कन्वर्ट ना होवे। सारे जिहड़े बाहर देश हैगे जिन्ने भी वर्ल्ड वाइड कंट्रीज हैगी उन्हां कंट्रीज नूं भी अपील हैगी है कि किरपा करके इस युद्ध नूं शांत करन वास्ते रूस नाल गल कीती जावे कि इस युद्ध नूं किसी तरह नाल भी खत्म किया जावे क्योंकि युद्ध किसी भी चीज़ का हल नहीं हुंदा हैगा। जो चीज़ शांति नाल मिल सकती वो चीज़ युद्ध या जिद्दबाजी नाल नहीं मिल सकती। हाँ जी प्रीत बिल्कुल क्योंकि ममता 2 दिन हो चुके हैं, इन्नी ज़्यादा तबाही हो चुकी है यूक्रेन दे विच, कई लोगों की जान भी चली गई है, कई लोग लुक लुक के बैठे ने, इन्ना बुरा हाल हो चुका है। 2 दिन दे विच जे लगातार रूस इसे तरह करता रहा तो शायद यूक्रेन खत्म भी हो सकता है। वही रूस का बेसिकली मेन मकसद की है, रूस का बेसिकली मेन मकसद हैगा कि एक कि रूस जिहड़े यूक्रेन के राष्ट्रपति हैगे उन्होंने तो उन्होंने फैमिली नूं खत्म करना प्लस जिहड़ा कीव हैगा कीव ते कब्जा करना या तो रूस यूक्रेन नूं पूरी तरह नाल खत्म करन दे उहदे विच हैगा हक विच या फिर रूस कीव दे उपर ग्रिप करके क्योंकि यूक्रेन उहदा जिहड़ा हैगा एंटी देश है उहदा दुश्मन देश है तो रूस या फिर उहनूं काबू और मैं दसां अगे अगे हालात ये भी हो सकते हैं कि जिहड़े दूजे रूस दे पड़ोसी देश ने जिहड़े नाटो का हिस्सा बन चुके ने हो सकता है कि यूक्रेन नूं काबू करन तो बाद रूस जिहड़ा हैगा लताविया ते होर जिहड़ियां कंट्रीज हैगियां उन्हां ते भी जिहड़ा हैगा भी ये हमला कर दे क्योंकि कहंदे ने एक बार मूंह नूं खून लग जांदा है जे रूस यूक्रेन ते जित हासिल कर दिंदा है। रूस और यूक्रेन की लड़ाई विच कोई भी कंट्री जिहड़ी हैगी वो पार्टिसिपेशन नहीं करदी इन्हां नूं शांत करन वास्ते तो रूस हौली हौली अगे वध के अपने बाकी जिहड़े पड़ोसी देश हैगे जिहड़े रूस दे हक विच नहीं खड़े होना चाहते रूस उहनूं भी खत्म करन दे एफर्ट कर सकदा है। सो जे इहनूं आपां दूरदेशी नाल देखिया जावे दूरअंदाजी नाल जे देखिया जावे तो इस चीज़ नूं इस लड़ाई नूं इत्थे ही जिहड़ा हैगा सारे वर्ल्ड वाइड जिहड़ी कंट्रीज हैगे उन्हां नूं मिल के उत्थे रोक देना चाहिए भी शायद मैनूं लगदा है कि जिहड़ियां कंट्रीज हैगियां ने वर्ल्ड वाइड उन्हां दे दिमाग च रूस की यह चीज़ भी नहीं आ रही हैगी कि रूस जे अज यूक्रेन ते हमला करके यूक्रेन नूं काबू करके शक्तिशाली बनने की कोशिश कर रहा है क्योंकि जिद्दां कि असीं हुणे डिस्कस किया सीगा कि रूस जिहड़ा हैगा वो दूजी महाशक्ति हैगी है वर्ल्ड विच ते जे रूस ने यूक्रेन ते काबू करके होर आले दुआले जिहड़े छोटे देश हैगे उन्हां ते काबू कर लिया तो तुसीं ये देखो कि रूस किस हद तक जाएगा भी रूस मतलब
तीसरे युद्ध तो भी ऊपर जिहड़ा हैगा भी कुछ होर भयानक इस चीज़ का रूप देखने को मिल सकता है। हाँ जी बिल्कुल, क्योंकि यूक्रेन के राष्ट्रपति हर किसी तो मदद की गुहार लगा रहे हैं, हर किसी तो हैल्प मंग रहे हैं, पर फिलहाल हले कोई भी उन्होंने हैल्प के विच नहीं आया। भारत जरूर आया, उन्होंने 20 मिनट नरेंद्र मोदी जी ने गल भी की है रूस के राष्ट्रपति नाल, लेकिन हले भी बमबारी जारी है, वो रुकन का नाम नहीं ले रही। इस दे नाल ही जंग नूं लैके हुई UNSC मीटिंग रूस खिलाफ मत्ता भी पास किया गया है। 11 देश होए रूस के खिलाफ अते निंदा मत्ते के विरोध विच पई सिर्फ एक वोट पई है विरोध दे विच, पर भारत, चीन अते दुबई ने वोटिंग च नहीं लिता हिस्सा। ਉਹੀ ਗੱਲ ਨਾ ਜਿੱਦਾਂ ਅਸੀਂ ਗੱਲ ਕਰ ਰਹੇ ਹੈਗੇ ਕਿ ਭਾਰਤ ਚੁੱਪ ਹੈ। ਬਿਲਕੁਲ, ਭਾਰਤ ਆਪਣੇ ਬੱਚਿਆਂ ਦੇ ਫੇਵਰ 'ਚ ਜ਼ਰੂਰ ਖੜਾ ਹੈ, ਪਰ ਜਿਹੜਾ ਯੂਕਰੇਨ ਦਾ ਪਾਕਿਸਤਾਨ ਨਾਲ ਟਾਈ ਅਪ ਹੈਗਾ ਉਸ ਚੀਜ਼ ਕਰਕੇ ਭਾਰਤ ਵਿੱਚ ਪਾਰਟਿਸਿਪੇਸ਼ਨ ਤੋਂ ਚੁੱਪ ਕਰ ਰਿਹਾ, ਕਿਉਂਕਿ ਰੂਸ ਨੇ ਵੈਸੇ ਵੀ ਕਿਹਾ ਹੈਗਾ ਕਿ ਜਿਹੜਾ ਵੀ ਦੇਸ਼ ਇਹਦੇ ਵਿੱਚ ਹਿੱਸਾ ਲਊਗਾ ਉਹ ਦੇਸ਼ ਸਮਝੋ ਕਿ ਉਹਨਾਂ ਦੀ ਸ਼ਾਮਤ ਆ ਗਈ ਹੈ। ਤਾਂ ਕੋਈ ਵੀ ਜਿਹੜਾ ਹੈਗਾ ਸੋਚ ਸਮਝ ਕੇ ਤਾਂ अपनी शामत नहीं लैके आएगा। और ये मतलब यूक्रेन के राष्ट्रपति ने यह भी बयान दिते है कि सानू दुनिया ने कल्ले छड़ दिता भी साडी दुनिया विच कोई भी देश जिहड़ा हैगा वो मदद नहीं कर रहा, और असी जिहड़ी इस परेशानी का दौर हैगा ये कल्लियां फेस कर रहे हैगे। बट मेरे हिसाब नाल जिद्दां मैं बार बार कह रही हाँ कि ਜਿਹੜੇ ਵਰਲਡ ਦੀ ਕੰਟਰੀਜ਼ ਹੈਗੀਆਂ ਨੇ ਉਹਨਾਂ ਨੂੰ ਇਸ ਲੜਾਈ ਵਿੱਚ ਰੂਸ ਨੂੰ ਸ਼ਾਂਤ ਕਰਨ ਵਾਸਤੇ ਐਫਰਟ ਕਰਨੇ ਚਾਹੀਦੇ ਹੈਗੇ, ਕਿਉਂਕਿ ਇਹ ਲੜਾਈ ਅੱਗੇ ਬਾਰ-ਬਾਰ यही मेरी मतलब सुजैशन है कि यह 3rd वर्ल्ड वार कन्वर्ट हो जाएगी। और रूस जे एक बार कहते ना मतलब हलकाया होया हाथी भी रूस एक बार जे यूक्रेन नूं हार्म करन विच सक्सैस हो गया तो आने वाले समय विच रूस बहुत आले दुआले दे देशां नूं हार्म पहुंचाऊगा। इस चीज़ नूं नोटिस किया जाए कि ये रूस की हले स्टार्टिंग है, और इस स्टार्टिंग ते रूस नूं शांत करना बहुत जरूरी। हालांकि अमरीका जिहड़ा हैगा अमरीका ने थोड़ी बहुत हलचल शुरू कर दी हैगी, बट गल उही है कि जे अमरीका इस लड़ाई च एंटर हो जाता, जंप हो जाता है तो वो चीज़ बहुत भयानक होएगी, क्योंकि अमरीका भी एक शक्तिशाली देश है। दो शक्तिशाली देश टकरा गए तो जिद्दां मैं कल अपने शो में कहा सीगा कि ये हिरोशिमा नागासाकी वाला सीन हो जाऊगा, क्योंकि इन्होंने फिर जो शक्तिशाली देशों की लड़ाई होनी हैगी तो इन्होंने एटॉमिक बंबा का भी प्रयोग करना है, क्योंकि देखो दोनों देश जिहड़े हैगे बहुत पावरफुल हैगे और दोनों ने एक दूजे ते हावी होने वास्ते अपनी पावर का पूरा वो जिहड़ा हैगा मतलब प्रयोग करनगे, और उन्हां दी पूरी कोशिश होगी कि एक दूजे नूं जिहड़ा तहस नहस कर दिता जाए। सो मतलब प्रीत ये गल इत्थे निबड़दी हैगी है कि रूस नूं थोड़ा जिहा सोचना चाहिए हैगा। रूस हालांकि अमरीका नूं भी बार बार इंटीमेट कर रहा है कि अमरीका जिहड़ा हैगा इस युद्ध विच एंटर ना होवे, पर चक्कर ये कि अमरीका जिहड़ा हैगा वो यूक्रेन दे हक विच है। अमरीका नाटो देशां दा मैंबर है, और अमरीका ने बहुत बार यूक्रेन नूं नाटो विच मतलब छड्डण दा एक नहीं नाटो विच रलाण दा बहुत ज़्यादा एफर्ट किया सीगा, पर रूस दे विद्रोहां करके जिहड़ा यूक्रेन है बार बार चुप कर जांदा सी। और हुण अमरीका ने जिद्दां कि असीं हुणे गल कीती कि अमरीका रूस यूक्रेन दे राष्ट्रपति नूं बार बार कह रहा कि तुसीं कीव नूं छड्ड दो भी असीं तुहानूं उत्थों जिहड़ा हैगा पिक कर लांगे। बट जिहड़े यूक्रेन के राष्ट्रपति है उत्थों जाण नूं नहीं तैयार, वो कहते मैं इत्थे दा नागरिक हां और मैं देशद्रोही नहीं बनना चाहता। हाँ जी प्रीत, बिल्कुल। इस दे नाल ही यूक्रेन के फौजी की भी बहादुरी बहुत सामने आई है। बहादुरी जिहड़ी उहने कीती है, रूस टैंकां नूं रोकण दे लई पुल ते खुद नूं बंब दे नाल उड़ा लिया है। उहने सारी दुनिया इस चीज़ नूं वेख के हैरान हो चुकी है कि उसने अपनी जान बारे बिना सोचे समझे उस बंब दे नाल अपने आप नूं भी उड़ा लिया। हाँ जी, मैं भी यही चीज़ अपने देखन सुनन वाला ना हुणे डिस्कस करन लगी सी कि चलो तुसी मेरे वर्ड्स ले लिते भी मतलब देखो किन्नी क देश भक्ति जिहड़ी हैगी है मतलब इन्हां दे दिलां विच आ रही हैगी, क्योंकि देखो हर इंसान जिहड़ा हैगा अपने देश नूं समर्पित है, क्योंकि जिहड़ी मातृभूमि च असीं रहिंदे हां जिथे दे असीं बशिंदे हां, जे असीं उसी मातृभूमि दे प्रति असीं अपने देश दे प्रति जे असीं वफादार नहीं हैगे फिर असीं किसी भी चीज़ के प्रति वफादारी नहीं दिखा सकते। और जिहड़े इस गल आपां फौजी की गल कर रहे हैं, इस फौजी ने देखो देश की वफादारी वास्ते अपनी जान का जिहड़ा हैगा ना उन्हें ये सोचा कि पिछे उहदा परिवार है या पिछे बच्चे है, उन्हें सिर्फ
रूस नूं रोकण वास्ते, रूस दे फौजियां नूं रोकण वास्ते अपने आप नूं बॉम्ब लगा के पुल नूं तहस नहस करदा कि रूस उत्थों क्रॉस करके यूक्रेन विच आ ना सके। और देखो जे हर घर दा बच्चा इंज देश भगत हो जाए तो रूस वर्गे देश भी जिहड़े हैगे वो कुछ नहीं कर सकदे। और वैसे भी साडे कोल अजकल खबरां जिहड़ियां आ रही हैगियां सोशल मीडिया तो वो खबरां आ रही हैगियां कि यूक्रेन दा हर जिहड़ा मतलब निवासी हैगा वो फौज विच शामिल होण नूं तैयार है। और वैसे भी यूक्रेन विच मार्शल लॉ भी लग चुका हैगा कि मतलब उत्थे ना किसी दे इकट्ठे होण दी कोई मतलब किसी नूं पावर हैगी भी कोई इकट्ठे हो सकदा ना, मतलब उत्थे दा जो भी चीज़ हैगी सारी फौज के हाथ में हो चुकी है। आम जनता उत्थे हुण डिसीजन मेकर या कोई भी अपने फैसले नहीं लै सकती हैगी। उत्थे रात के कर्फ्यू तक जिहड़े हैगे लग चुके हैगे, मतलब टोटली जिहड़ा हैगा यूक्रेन नूं फौज ने अपने कंट्रोल विच लै लिया। बिल्कुल हुण इस समय सब तो वड्डी खबर ये सामने भी आ रही है ममता कि रूस ने फेसबुक ते अपने देश दे विच पाबंदी लगा दी है कि फेसबुक इत्थे रूस दे विच नहीं चलेगी, क्योंकि ऐसा उसने इसलिए किया कि उस वेले यूक्रेन ते कीते जिन्ने भी हमले ने वो संसार भर दे विच निंदा कीतियां जा रही ने भी ये रूस की इन्नी ज़्यादा निंदा हो चुकी है। उसने देश नूं अपने आप नूं दबाया ना जाके भी इस करके उन्हें फेसबुक नूं उत्थे बैन लगा दिता है। हाँ जी, क्योंकि देखो सोशल मीडिया एक इंज दी पावरफुल चीज़ हैगी जिद्दां कि असीं गल कर रहे कि रूस के मास्को शहर विच मास्को समेत 53 शहरों में जिहड़ा हैगा इस लड़ाई के खिलाफ जिहड़ा लोकां ने मतलब रस्तियां ते जाम लाने शुरू कर दिते, धरने देने शुरू कर दिते हैगे कि पुतिन दी बहुत गलत गल हैगी है कि पुतिन जिहड़ा हैगा रूस के उपर सॉरी यूक्रेन के उपर हमले कर रहा हैगा। तो क्योंकि तां करके रूस विच सोशल मीडिया नूं बैन किया जा रहा है कि उत्थे दे लोकां कोल कोई भी जिहड़ी आस पास की इन्फॉर्मेशन ना पहुंचे। ये भी एक तरह का तानाशाही है कि जे तुसीं अपनी जनता के अधिकारां दे उपर कंट्रोल कर रहे हो, तुसीं अपनी जनता नूं संसार दे नालों कट रहे हो भी तुहाडी जिहड़ी नागरिक हैगे उन्हां नूं किसी भी चीज़ की इन्फॉर्मेशन ना हो पाए। पर जे तुसीं फेसबुक बंद कर दोगे होर बहुत सारे सोशल मीडिया ने भी जिथों तुहाडी जिहड़ी आम जनता आम रूस के नागरिक हैगे वो सारी इन्फॉर्मेशन कवर कर सकते हैगे। सब तो वधिया तो यही है ना कि टैलीफोनिक जिहड़ी कॉल्स हैगी उन्हां दे राही, क्योंकि रूस दे भी जिहड़े कह लो पर रूस विच रहण वाले बहुत वसनीक इंडिया नाल या वर्ल्ड वाइड उन्हां दे रिलेटिव्स बहुत थावां ते होणगे। जे रूस ने सब कुछ ब्लॉक करता तो किसी ना किसी सिस्टम के राही इन्फॉर्मेशन तो गेन कर ही सकते हैं ना, तानाशाही करनी जरूरी नहीं होंदी अपने देश। बिल्कुल ममता जी, फेसबुक नूं बैन कर सकते हैं तो होर भी बहुत चीज़ां ने जिहड़ियां कि लोकी अफवाहां कुछ भी कर सकते हैं। जो अपने देश की जिमें कि यूक्रेन के वीडियोज़ वायरल हो रही ने किते बहुत जगह पर पहुँच चुकी ने जो कि रूस हुण अपनी इज्जत नूं बचा रहा है वो तो हुण तहस नहस हो चुकी है। हुण वो बैन करके फेसबुक या फिर कोई और ऐप नूं बैन करके कुछ भी इदां दा नहीं कर सकते। पर जिहड़ियां वीडियोज़ वायरल हो चुकी ने हुण हो चुकी ने तो रूस के जिहड़े लोग ने सड़कों पर भी आ चुके हैं, विरोध करना भी उन्होंने हुण शुरू कर दिता है। वो इसी चीज़ नूं कहंदे ना बैन करन वास्ते कि क्योंकि जे रूस दे अंदर ही विद्रोह शुरू हो गया, जे रूस दे अंदर ही जिन्हों कहंदे ना गृह युद्ध भी जे गृह युद्ध शुरू हो गया तो पुतिन बाहर वाली लड़ाई नूं समेटूगा कि वो गृह युद्ध नूं समेटूगा। क्योंकि देखो लोकी तो सारे इक्को जे होंदे, इंसान हर कोई इक्को जिहा होंदा, ठीक है झेश भगती सब च होंदी हैगी, बट तुसी यूजलैस जे कह लो भी अपने सिपाहियां नूं लड़ाई विच खड़े कर दो, उन्हां दी जानो माल खत्म करन वास्ते तुसी उन्हां नूं लड़ाइयां विच झेप रहे हो, जबकि कोई इंज दी गल नहीं होनी चाहिदी हैगी। जे शांतिपूर्वक दोवें देश रह रहे, हर देश नूं अपनी जिंदगी जीण दा हक है, हर नागरिक नूं अपने देश विच खुश रहन दा हक है। पर जे रूस उही चीज़ां दे एंटी होके मतलब किसी दी शांति भंग कर रहा तो किते ना किते देखो रूस नूं गृह युद्ध का सामना भी करना पै सकदा हैगा, क्योंकि अंदर जिहड़ी ओहदे रूस दे नागरिक हैगे वो इन्हां लड़ाइयां दे सख्त खिलाफ ने। तां ही रूस समेत मास्को समेत 53 शहरों में धरने जिहड़े चलते पे हैं। बिल्कुल हुण यूक्रेन के राष्ट्रपति का वड्डा बयान भी सामने आ चुका है कि रूसी फौज यूक्रेन की राजधानी कीव च दाखिल हो चुकी है तो 96 घंटिया के विच रूस ने कभी ते कब्जा कर लेना है। हाँ जी, देखो वही है रूस का एक नकाती प्रोग्राम यही है कि कीव नूं ते यूक्रेन के राष्ट्रपति नूं किसी तरह नाल ग्रैब ते करना, कि जिद्दां कि मैं इस शो विच बार बार कह रही हाँ कि रूस जे एक बार यूक्रेन नूं कवर कर गया तो फिर बाकी जिहड़े नाल दे पड़ोसी छोटे देश हैगे वो भी सावधान हो जाण, क्योंकि यूक्रेन तो बाद जिहड़ी हैगी उन्हां देशां दी वारी आ जाएगी
ਤੇ ਕਿਉਂਕਿ ਜੇ ਰੂਸ ਨੇ ਯੂਕਰੇਨ ਤੇ ਕਾਬੂ ਕਰ ਲਿਆ ਤਾਂ ਯੂਕਰੇਨ ਦੀ ਫੌਜ ਜਾਂ ਯੂਕਰੇਨ ਦਾ ਵੀ ਜਿਹੜਾ ਅਸਲਾ ਹਥਿਆਰ ਹੈਗਾ ਉਹ ਰੂਸ ਦੇ ਨਾਲ ਰਲ ਜਾਏਗਾ। ਔਰ ਰੂਸ ਪਹਿਲਾਂ ਹੀ ਕਹਿੰਦੇ ਕਿ ਵਰਲਡ ਵਿੱਚ ਦੂਜਾ ਸ਼ਕਤੀਸ਼ਾਲੀ ਦੇਸ਼ ਹੈ, ਤਾਂ ਤੁਸੀਂ ਇਹ ਸੋਚੋ ਕਿ ਜਦੋਂ ਛੋਟੇ ਛੋਟੇ ਦੇਸ਼ਾਂ ਨੂੰ ਨਾਲ ਰਲਾ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰੇਗਾ ਤਾਂ ਉਹ ਕਿੰਨਾ ਕੁ ਸ਼ਕਤੀਸ਼ਾਲੀ ਹੋ ਜਾਏਗਾ। ਹਾਂਜੀ ਪ੍ਰੀਤ। ਬਿਲਕੁਲ, ਉਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਮਮਤਾ ਕਿ ਯੂਕਰੇਨ ਦੀ ਕੌਣ ਹੈਲਪ ਕਰਦਾ, ਕਿਉਂਕਿ ਵੋਟਾਂ ਤਾਂ ਸਿਰਫ 1-2 ਪੈ ਰਹੀਆਂ ਨੇ, ਵਿਰੋਧ ਤਾਂ ਰੂਸ ਦਾ ਬਹੁਤ ਜਾਣੇ ਕਰ ਰਹੇ ਨੇ, ਰੂਸ ਦਾ ਹਰ ਕੋਈ ਵਿਰੋਧ ਕਰ ਰਿਹਾ ਹੈ, ਪਰ ਹੁਣ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਯੂਕਰੇਨ ਦੀ ਹੈਲਪ ਕੌਣ ਕਰਦਾ, ਉਹਨੂੰ ਹਥਿਆਰ ਕੌਣ ਭੇਜਦਾ। ਹਾਂਜੀ, ਤੇ ਇਹਦੇ ਨਾਲ ਹੀ ਪ੍ਰੀਤ ਆਪਾਂ ਆਪਣੇ ਦੇਖਣ ਸੁਣਨ ਵਾਲਿਆਂ ਤੋਂ ਇਜਾਜ਼ਤ ਲਈਏ। ਬਿਲਕੁਲ ਜੀ, ਬਿਲਕੁਲ ਮਮਤਾ। ਸੋ ਦੋਸਤੋ, ਤੁਹਾਨੂੰ ਸਾਡਾ ਅੱਜ ਦਾ ਸ਼ੋਅ ਕਿਸ ਤਰ੍ਹਾਂ ਦਾ ਲੱਗਿਆ, ਆਪਣੇ ਸੁਝਾਅ, ਆਪਣੀ ਐਡਵਾਈਸ ਦੇਣਾ ਨਾ ਭੁੱਲਿਆ ਕਰੋ। ਅਗਲੀ ਵਾਰ ਫਿਰ ਅਸੀਂ ਇਸੇ ਸਮੇਂ ਇਸੇ ਚੈਨਲ ਤੇ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਹਰਪ੍ਰੀਤ ਕੌਰ ਨੂੰ ਤੇ ਮਮਤਾ ਸ਼ਰਮਾ ਨੂੰ ਦਿਓ ਇਜਾਜ਼ਤ। ਰੱਬ ਰੱਖਾ।